ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਾਰਨਨ ਪਰ ਧਾਰ। ਸ੍ਰੀ ਵਾਹਿਗੁਰੂ ਸਾਹਿਬ ਜੀ ਦੂਰਾ। ਇੱਕ ਦਿਨ ਕਲਗੀ ਧਰ ਨਿਕਟ ਸਿੱਖ ਸਿੱਖੀ ਬ੍ਰਿੰਦ। ਸ੍ਰੀ ਜੀਤੂ ਤਨ ਤਜਨ ਕੋ ਕਰਤ ਪ੍ਰਸੰਸ ਬਿਨੰਦ ਦੂਰਾ। ਇੱਕ ਦਿਨ ਕਲਗੀ ਧਰ ਨਿਕਟ ਸਿੱਖ ਸਿੱਖਣੀ ਬ੍ਰਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸ਼ੁਭਾਏ ਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਗੁਰਦੁਆਰਾ ਸ਼ਹੀਦਾਂ ਤੱਲਣ ਜ਼ਿਲ੍ਹਾ ਜਲੰਧਰ ਵਿਖੇ ਜੁੜਨ ਦਾ ਸੁਭਾਗ ਆਪ ਸਮੂਹ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਜੋ ਵੀ ਨਗਰ ਨਿਵਾਸੀ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਔਰ ਦੇਸ਼ ਵਿਦੇਸ਼ ਤੋਂ ਆਪ ਜੀ ਗੁਰਮੁਖ ਪਿਆਰੇ ਸਾਰੇ ਪਹੁੰਚੇ ਹੋ। ਸਤਿਗੁਰੂ ਜੀ ਰਹਿਮਤ ਕਰ ਰਹੇ ਹੈ ਜੋ ਅਸਥਾਨ ਦੇ ਉੱਤੇ ਸਤਿਗੁਰਾਂ ਦੇ ਪਵਿੱਤਰ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਲਗਾਤਾਰ ਨਿਰੰਤਰ ਚੱਲਦੀ ਆ ਰਹੀ ਹੈ। ਕਥਾ ਦੀਵਾਨ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲ ਰਿਹਾ ਹੈ। ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਦੀ ਰਹਿਮਤ ਦੇ ਨਾਲ ਗੁਰੂ ਕਾ ਇਤਿਹਾਸ ਜਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਦੀਵਾਨ ਵਿੱਚ ਗੁਰੂ ਕੀ ਬਾਣੀ ਦੇ ਕੀਰਤਨ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਪਾਂ ਸਭਨਾਂ ਨੇ ਆਨੰਦ ਮਾਣਿਆ ਹੈ। ਸਤਿਗੁਰਾਂ ਦਾ ਸੁੰਦਰ ਇਤਿਹਾਸ ਜੋ ਚੱਲ ਰਿਹਾ ਹੈ। ਸੋ ਕੱਲ੍ਹ ਦੇ ਵਿਸ਼ੇਸ਼ ਦੀਵਾਨ ਦੇ ਵਿੱਚ ਆਪਾਂ ਹੋਲੇ ਮਹੱਲੇ ਦੀ ਵਿਚਾਰ ਕੀਤੀ, ਲੜੀਵਾਰ ਪ੍ਰਸੰਗ ਅੱਗੇ ਨਹੀਂ ਕੀਤਾ ਸੀ। ਸੋ ਉਸ ਤੋਂ ਇੱਕ ਦਿਨ ਪਹਿਲਾਂ ਭਾਵ ਬੀਤੀ ਪਰਸੋਂ ਨੂੰ ਆਪਾਂ ਇਤਿਹਾਸ ਸਰਵਣ ਕੀਤਾ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ
ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਰਚਨਾ 5ਵੀਂ ਰੁੱਤ ਦੇ ਵਿੱਚ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਦੇ ਵੱਡੇ ਮਹਿਲ ਸਾਡੇ ਸਤਿਕਾਰਯੋਗ ਮਾਤਾ ਜੀਤ ਕੌਰ ਜੀ, ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਇਹ ਦਾਤ ਲਈ ਨਾਮ ਦੀ ਮੂਲ ਮੰਤਰ ਗੁਰ ਮੰਤਰ ਵਿਧੀ ਪੂਰਵਕ ਜਪ ਕੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ। ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਪਹੁੰਚ ਕਰਕੇ ਉਹਨਾਂ ਨੂੰ ਆਗਮ ਨਿਗਮ ਦੀ ਸੋਝੀ ਭੂਤ ਭਵਿੱਖ ਦੇ ਗਿਆਤਾ ਉਹ ਬਣ ਗਏ, ਜਿਸ ਕਰਕੇ ਆਉਣ ਵਾਲਾ ਭਵਿੱਖ ਦਾ ਸਾਰਾ ਹਾਲ ਉਹਨਾਂ ਨੂੰ ਸਮਾਧੀ ਵਿੱਚ ਬੈਠਿਆਂ ਹੋਇਆਂ ਦਿਖਾਈ ਦਿੱਤਾ ਕਿ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ, ਅਨੰਦਪੁਰ ਸਾਹਿਬ ਛੱਡਣਾ ਪੈਂਦਾ ਹੈ, ਕੀਮਤੀ ਸਾਹਿਤ ਧਨ ਪਦਾਰਥ ਸਰਸਾ ਨਦੀ ਵਿੱਚ ਰੁੜਨ ਦੇ ਨਾਲ ਨਾਲ ਗੁਰੂ ਕੇ ਪਿਆਰੇ ਸਿੰਘਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ, ਸ਼ਹੀਦੀਆਂ ਪ੍ਰਾਪਤ ਕਰਦੇ ਹੈ। ਵੱਡੇ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਮਾਤਾ ਗੁਜਰ ਕੌਰ ਦੀ ਸ਼ਹਾਦਤ ਦਾ, ਇਹ ਸਾਰਾ ਪ੍ਰਸੰਗ ਮਾਤਾ ਜੀ ਨੂੰ ਅੱਖਾਂ ਦੇ ਸਾਹਮਣੇ ਸਮਾਧੀ ਵਿੱਚ ਬੈਠਿਆਂ ਭਵਿੱਖਤ ਕਾਲ ਦਿਖਾਈ ਦੇ ਗਿਆ। ਤਾਂ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇਸ ਤਰ੍ਹਾਂ ਦਾ ਇਹ ਦ੍ਰਿਸ਼ ਦਿਖਾਈ ਦਿੱਤਾ ਹੈ। ਤਾਂ ਕਲਗੀਧਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ ਹੋ, ਸੋ ਤੁਹਾਡੇ ਉੱਤੇ ਬਹੁਤ ਵੱਡੀ ਕਿਰਪਾ ਹੋ ਗਈ ਹੈ, ਇਸ ਕਰਕੇ ਤੁਹਾਨੂੰ ਇਹ ਸਾਰੀ ਸੋਝੀ ਆ ਗਈ ਹੈ। ਇਹ ਸਾਰਾ ਜਿਹੜਾ ਬਿਰਤਾਂਤ ਹੈ, ਜਿਹੜਾ ਹਾਲ ਹੈ, ਸਾਰਾ ਇਹ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਿੱਚ ਵਰਤੇਗਾ। ਤਾਂ ਮਾਤਾ ਜੀ ਨੇ ਬੇਨਤੀ ਕੀਤੀ ਕਿ ਹੇ ਮੇਰੇ ਸਿਰ ਦੇ ਸਾਈਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਮੈਂ ਐਸਾ ਸਮਾਂ ਦੇਖਣਾ ਨਹੀਂ ਚਾਹੁੰਦੀ, ਕਿਰਪਾ ਕਰੋ ਆਪ ਜੀ ਇਹ ਸਮੇਂ ਨੂੰ ਟਾਲ ਦਿਓ, ਸਾਡੀ ਵੰਸ਼ ਅੱਗੇ ਚੱਲਦੀ ਰਹਿ ਜਾਵੇ। ਤਾਂ ਸਤਿਗੁਰਾਂ ਨੇ ਆਖਿਆ ਕਿ ਤੁਸੀਂ ਭਗਤੀ ਮੁਕਤੀ ਪ੍ਰਾਪਤ ਕਰਨ ਦੇ ਲਈ ਕੀਤੀ ਸੀ ਜਾਂ ਪਰਿਵਾਰ ਰੱਖਣ ਦੇ ਲਈ, ਪੁੱਤਰ ਰੱਖਣ ਦੇ ਲਈ ਕੀਤੀ ਸੀ? ਤਾਂ ਮਾਤਾ ਜੀ ਸਤਿਗੁਰਾਂ ਦੀ ਰਮਜ ਨੂੰ ਸਮਝ ਗਏ ਤੇ ਆਖਿਆ ਮਹਾਰਾਜ ਜਿਵੇਂ ਆਪ ਜੀ ਦਾ ਭਾਣਾ ਠੀਕ ਹੈ, ਪਰ ਆਪ ਜੀ ਕਿਰਪਾ ਕਰੋ, ਹੁਣ ਮੇਰਾ ਇਹ ਸੰਸਾਰ ਤੋਂ ਜਾਣ ਦਾ ਵੇਲਾ ਆ ਗਿਆ ਹੈ ਤੇ ਆਪ ਜੀ ਆਗਿਆ ਬਖਸ਼ਿਸ਼ ਕਰੋ ਤੇ ਮੈਂ ਇਹ ਸੰਸਾਰ ਦੇ ਉੱਤੋਂ ਚਾਲੇ ਪਾਵਾਂ। ਸੋ ਸਤਿਗੁਰਾਂ ਦੀ ਆਗਿਆ ਪਾ ਕਰਕੇ ਮਾਤਾ ਜੀਤ ਕੌਰ ਜੀ ਆਪਣੇ ਮਹਿਲਾਂ ਵਿੱਚ ਜਾ ਬਿਰਾਜਮਾਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਧਰ ਕੇ ਤੇ ਬ੍ਰਹਮ ਰੰਦਰ ਨੂੰ ਫੋੜ ਕੇ ਬ੍ਰਹਮ ਦਸਮ ਦੁਆਰ ਦੇ ਰਾਹੀਂ ਪ੍ਰਾਣ ਉਹਨਾਂ ਨੇ ਤਿਆਗ ਦਿੱਤੇ। ਪ੍ਰਾਣ ਕੱਢ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਮਾਤਾ ਜੀ ਦਾ ਸੰਸਕਾਰ, ਅੰਤਮ ਸੰਸਕਾਰ ਗੁਰਮਤਿ ਰੀਤੀ ਦੇ ਮੁਤਾਬਕ ਕੀਤਾ ਗਿਆ। ਅਗੰਮਪੁਰਾ ਜੋ ਨਗਰ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਸ ਹੀ, ਸੋ ਉਸ ਜਗ੍ਹਾ ਦੇ ਉੱਤੇ ਮਾਤਾ ਜੀ ਦਾ ਸੰਸਕਾਰ ਗੁਰਮਤਿ ਮਰਿਆਦਾ ਦੇ ਮੁਤਾਬਕ ਕੀਤਾ। ਤੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਗੁਰੂ ਕੀਆਂ ਸੰਗਤਾਂ ਨੂੰ ਪਤਾ ਲੱਗਦਾ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਅਫਸੋਸ ਕਰਨ ਦੇ ਲਈ, ਪਰਚਾਉਣੀ ਕਰਨ ਦੇ ਲਈ, ਬੈਠਣ ਦੇ ਲਈ ਗੁਰੂ ਘਰ ਵਿਖੇ ਆ ਰਹੀਆਂ। ਸੋ ਜਿਵੇਂ ਪ੍ਰਸੰਗ ਅੱਗੇ ਚੱਲੇਗਾ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਲਈ ਇੱਕ ਵਾਰੀ ਸਾਰੀਆਂ ਸੰਗਤਾਂ ਪਿਆਰ ਵਿੱਚ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ ਦੂਰਾ। ਇੱਕ ਦਿਨ ਕਲਗੀਧਰ ਨਿਕਟ ਸਿੱਖ ਸਿੱਖਣੀ ਬ੍ਰਿੰਦ। ਇਸ ਪ੍ਰਕਾਰ ਮਾਤਾ ਜੀਤ ਕੌਰ ਜੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਗੁਰੂ ਕੀਆਂ ਸੰਗਤਾਂ ਆ ਰਹੀਆਂ ਗੁਰਦਰਬਾਰ ਦੇ ਵਿੱਚ ਸਤਿਗੁਰੂ ਜੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਮਾਤਾ ਜੀ ਦੇ ਵਿਛੋੜੇ ਦਾ। ਔਰ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਧੰਨਤਾ ਦੇ ਯੋਗ ਵੀ ਮਾਤਾ ਜੀ ਨੂੰ ਕਹਿ ਰਹੇ ਆ ਕਿ ਕਿਵੇਂ ਉਹਨਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਇਤਨੀ ਭਗਤੀ ਕਰ ਲਈ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਤੇ ਬੜਾ ਸੁਖਾਲਾ ਹੀ ਉਹ ਤਨ ਨੂੰ ਛੱਡ ਗਏ। ਸੋ ਇਸੇ ਤਰ੍ਹਾਂ ਇੱਕ ਦਿਨ ਕਲਗੀਧਰ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਦਰਬਾਰ ਦੇ ਵਿੱਚ ਬਹੁਤ ਸਾਰੇ ਸਿੱਖ ਅਤੇ ਸਿੱਖਣੀਆਂ
ਸੰਗਤ ਰੂਪ ਦੇ ਵਿੱਚ ਵਿਰਾਜਮਾਨ ਹਨ। ਸ੍ਰੀ ਜੀਤੋ ਤਨ ਤਜਨ ਕੋ ਕਰਤ ਪ੍ਰਸ਼ੰਸ ਬੁਲੰਦ। ਸਾਰੀ ਸੰਗਤ ਮਾਤਾ ਜੀਤ ਕੌਰ ਜੀ ਦੇ ਗੁਰੂ ਕੇ ਮਹਿਲਾਂ ਦੇ ਸਰੀਰ ਤਿਆਗਣ ਦੀਆਂ ਗੱਲਾਂ ਕਰ ਰਹੇ ਹੈ। ਅਫਸੋਸ ਵੀ ਕਰ ਰਹੇ ਹੈ ਕਿ ਹਲੇ ਸਾਹਿਬਜ਼ਾਦਿਆਂ ਦੀ ਆਰਜਾ ਛੋਟੀ ਸੀ, ਮਾਤਾ ਜੀ ਜਲਦੀ ਚਲੇ ਗਏ, ਪਰ ਵਾਹਿਗੁਰੂ ਪਰਮੇਸ਼ਰ ਦਾ ਸਤਿਗੁਰ ਦਾ ਭਾਣਾ ਮੰਨ ਕੇ ਸਾਰੇ ਸਬਰ ਵੀ ਕਰਦੇ ਹੈ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੈ ਤੇ ਇਸੇ ਪ੍ਰਕਾਰ ਨਾਲ ਨਾਲ ਪ੍ਰਸ਼ੰਸਾ ਵੀ ਕਰ ਰਹੇ ਆ ਮਾਤਾ ਜੀਤ ਕੌਰ ਜੀ ਦੀ ਕਿ ਕਿਵੇਂ ਉਹਨਾਂ ਨੇ ਥੋੜ੍ਹੇ ਸਮੇਂ ਵਿੱਚ ਉੱਚੀ ਪਦਵੀ ਨੂੰ ਪ੍ਰਾਪਤ ਕੀਤਾ, ਅਮਰ ਪਦਵੀ ਨੂੰ ਪ੍ਰਾਪਤ ਹੋ ਗਏ। ਸੋ ਸਾਰੇ ਇਸ ਵੱਡੀ ਅਵਸਥਾ ਦੇ ਲਈ ਮਾਤਾ ਜੀ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ। ਚੌਪਾਈ ਗੁਰ ਪਤਨੀ ਜਗ ਮਾਤਾ ਦੇਵੀ। ਹਾਂ, ਮਾਤਾ ਜੀਤ ਕੌਰ ਜੀ ਜਿਹੜੇ ਗੁਰੂ ਕੀ ਪਤਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਡੇ ਮਹਿਲ ਹਨ। ਤੇ ਇਸੇ ਪ੍ਰਕਾਰ ਜਦੋਂ ਗੁਰੂ ਪਤਨੀ ਹੈ ਤੇ ਸਿੱਖਾਂ ਦੀ ਮਾਤਾ ਹੋਈ, ਕਿਉਂਕਿ ਗੁਰੂ ਸਾਰੇ ਸੰਸਾਰ ਦਾ ਸਾਂਝਾ ਹੈ, ਇਸ ਕਰਕੇ ਕਹਿੰਦੇ ਜਗ ਮਾਤਾ ਦੇਵੀ। ਮਾਤਾ ਜੀਤ ਕੌਰ ਜੀ ਜਿਹੜੇ ਗੁਰੂ ਕੇ ਮਹਿਲ ਹੈ, ਗੁਰੂ ਕੀ ਪਤਨੀ ਹਨ ਤੇ ਸਾਰੇ ਸੰਸਾਰ ਦੇ ਪੂਜਨੀਕ ਮਾਤਾ ਜੀ ਹਨ। ਤਜ ਦੇ ਅਭੇਵੇ। ਆਪਸ ਵਿੱਚ ਸਿੱਖ ਸਿੱਖਣੀਆਂ ਬੈਠੇ ਗੱਲਾਂ ਕਰਦੀ ਆ ਸੰਗਤ ਕਿ ਉਹਨਾਂ ਨੇ ਬ੍ਰਹਮ ਰੰਦਰ ਨੂੰ ਫੋੜ ਕੇ ਦਸਮ ਦਵਾਰ ਦੇ ਰਾਹੀਂ ਸਵਾਸਾਂ ਨੂੰ ਤਜ ਦਿੱਤਾ, ਛੱਡ ਦਿੱਤਾ ਤੇ ਪਰਮੇਸ਼ਰ ਦੇ ਵਿੱਚ ਜਾ ਕੇ ਅਭੇਦ ਹੋ ਗਏ। ਤੇ ਸੁਣ ਕੇ ਬਚਨ ਕਿਰਪਾਲਾ। ਇਉਂ ਸਿੱਖ ਸੰਗਤਾਂ ਨੂੰ ਬਚਨ ਕਰਦਿਆਂ ਸੁਣ ਕੇ ਕਿਰਪਾਲੂ ਕਿਰਪਾ ਦੇ ਘਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ੍ਰੀ ਮੁਖ ਤੇ ਬੋਲੇ ਕਿਸ ਕਾਲਾ। ਆਪਣੇ ਸੁਭਾਏਮਾਨ ਪਵਿੱਤਰ ਮੁਖਾਰ ਬਿੰਦ ਤੋਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਉਂ ਬਚਨ ਕੀਤੇ। ਦੋਹਰਾ ਧਨ ਨਾਰੀ ਧਨ ਭਜਨ ਹੈ, ਧਨ ਕਰ ਜੁਗ ਜਗ ਈਸ। ਸਤਿਗੁਰੂ ਜੀ ਕਹਿੰਦੇ ਹਾਂ ਬਈ ਜੀਤ ਕੌਰ ਬਹੁਤ ਵੱਡਿਆਂ ਭਾਗਾਂ ਵਾਲੀ ਸੀ, ਧਨਤਾ ਦੇ ਯੋਗ ਸੀ। ਸੋ ਕਹਿੰਦੇ ਹਰ ਇੱਕ ਇਸਤਰੀ ਹੀ ਇਹ ਸੰਸਾਰ ਦੇ ਵਿੱਚ ਜਿਹੜੀ ਭਜਨ ਸਿਮਰਨ ਦੇ ਵਿੱਚ ਲੱਗ ਜਾਂਦੀ ਹੈ, ਨਾਮ ਸਿਮਰਨ ਦੀ ਕਮਾਈ ਕਰਦੇ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਇਸਤਰੀ ਧਨ ਹੈ, ਉਹ ਨਾਰੀ ਧਨਤਾ ਦੇ ਯੋਗ ਹੈ। ਧਨ ਨਾਰੀ ਔਰ ਇਸੇ ਪ੍ਰਕਾਰ ਧਨ ਭਜਨ ਹੈ। ਜੋ ਸਿਧਾਂਤ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਉਹੀ ਸਿਧਾਂਤ ਕਲਗੀਧਰ ਪਾਤਸ਼ਾਹ ਜੀ ਇੱਥੇ ਪ੍ਰਗਟ ਕਰ ਰਹੇ ਆ। ਕਿਉਂਕਿ ਜੋਤ ਉਹਾ ਜੁਗਤ ਸਾਏ ਹੈ, ਉਹੀ ਜੁਗਤ ਹੈ, ਉਹੀ ਜੋਤ ਵਰਤ ਰਹੀ ਹੈ। ਜਿਸ ਜੋਤ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹੀ ਜੋਤ 9 ਪਾਤਸ਼ਾਹੀਆਂ ਵਿੱਚੋਂ ਹੁੰਦੀ ਹੋਈ 10ਵੇਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਿੱਚ ਵਿਦਮਾਨ ਹੈ, ਉਹਨਾਂ ਦੇ ਹਿਰਦੇ ਵਿੱਚ। ਸੋ ਸਤਿਗੁਰੂ ਜੀ ਉਹੀ ਸਿਧਾਂਤ ਪ੍ਰਗਟ ਕਰ ਰਹੇ ਆ, ਕਿਉਂਕਿ ਸੰਸਾਰ ਦੇ ਬਹੁਤ ਸਾਰੇ ਧਰਮ ਔਰ ਉਹਨਾਂ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਉਹਨਾਂ ਧਰਮਾਂ ਦੇ ਜਿਹੜੇ ਮੰਨਣ ਵਾਲੇ ਲੋਕ ਸਨ, ਆਗੂ ਲੋਕ ਸਨ, ਉਹਨਾਂ ਵੱਲੋਂ ਇਹ ਸਿਧਾਂਤ ਘੜਿਆ ਗਿਆ ਕਿ ਇਸਤਰੀ ਨੂੰ ਬਰਾਬਰਤਾ ਨਹੀਂ ਦਿੱਤੀ ਗਈ। ਕਿਸੇ ਨੇ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਕਿਹਾ ਇਹ ਤਾੜਨ ਦੀ ਅਧਿਕਾਰੀ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘਰ, ਜਿਨ੍ਹਾਂ ਨੇ ਇਸਤਰੀ ਨੂੰ ਧਨ ਆਖਿਆ, ਜਿਨ੍ਹਾਂ ਆਖਿਆ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਜਿਹੜੀ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਜਗ ਦੀ ਜਨਨੀ ਹੈ, ਸੰਸਾਰ ਜੀ ਤੋਂ ਅਗਾਂਹ ਵੱਧਦਾ, ਉਹਨੂੰ ਮਾੜਾ ਕਿਉਂ ਕਹਿਣਾ, ਉਹ ਸਤਿਕਾਰਯੋਗ ਹੈ। ਸੋ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਕਹਿ ਰਹੇ ਹੈ ਕਿ ਧਨ ਨਾਰੀ, ਧਨ ਹੈ ਇਸਤਰੀ ਔਰ ਧਨ ਭਜਨ ਹੈ। ਜਿਹੜਾ ਭਜਨ ਸਿਮਰਨ ਭਗਤੀ ਬੰਦਗੀ ਹੈ, ਇਹ ਵੀ ਧਨਤਾ ਦੇ ਯੋਗ ਹੈ। ਔਰ ਧਨ ਕਲਯੁਗ ਜਗ ਈਸ਼, ਕਹਿੰਦੇ ਇਹ ਕਲਯੁਗ ਦਾ ਸਮਾਂ ਵੀ ਧਨ ਹੈ। 4 ਯੁੱਗਾਂ ਦੇ ਵਿੱਚ ਸਿਆਣੇ ਵਿਦਵਾਨ ਪੁਰਸ਼ਾਂ ਨੇ, ਧਾਰਮਿਕ ਗ੍ਰੰਥਾਂ ਨੇ ਸਮੇਂ ਦੀ ਵੰਡ ਕੀਤੀ ਹੈ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ।
ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਤੋਂ ਉੱਤਮ ਇਹ ਕਲਯੁਗ ਨੂੰ ਆਖਿਆ। ਸਤਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ। ਸਤਯੁਗ ਦੇ ਵਿੱਚ ਸਤ ਧਰਮ ਦਾ ਬੋਲਬਾਲਾ ਸੀ। ਤ੍ਰੇਤੇ ਵਿੱਚ ਜੱਗਾਂ ਦੇ ਨਾਲ ਮੁਕਤੀ ਮੰਨਦੇ ਸਨ, ਔਰ ਦੁਆਪਰ ਦੇ ਵਿੱਚ ਪੂਜਾ ਅਰਚਨਾ ਕਰਮ ਕਾਂਡ ਪ੍ਰਧਾਨ ਸਨ। ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਕਲਯੁਗ ਦੇ ਵਿੱਚ ਕੇਵਲ ਨਾਮ ਜਪਣਾ। ਹਰੇਕ ਮਨੁੱਖ ਆਪੋ ਆਪਣਾ ਜਪੇ ਤੇ ਆਪ ਮੁਕਤੀ ਪ੍ਰਾਪਤ ਕਰੇ। ਔਰ ਪੁਰਾਤਨ ਯੁੱਗਾਂ ਦੇ ਵਿੱਚ ਇਹ ਵੀ ਸਿਧਾਂਤ ਸੀ ਕਿ ਜੇ ਕੋਈ ਇੱਕ ਬੰਦਾ ਪਾਪ ਕਰਮ ਕਰਦਾ ਤੇ ਪੂਰੇ ਨਗਰ ਨੂੰ ਸਜ਼ਾ ਦਿੱਤੀ ਜਾਂਦੀ ਸੀ। ਫਿਰ ਅਗਲੇ ਯੁੱਗ ਵਿੱਚ ਸਿਧਾਂਤ ਬਣਿਆ ਕਿ ਉਹਦੇ ਪੂਰੇ ਪਰਿਵਾਰ ਨੂੰ ਸਜ਼ਾ ਦਿੱਤੀ ਜਾਂਦੀ ਸੀ। ਪਰ ਕਲਯੁਗ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਇਹ ਸਿਧਾਂਤ ਪ੍ਰਗਟ ਕੀਤਾ ਹੈ ਕਿ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੈ ਥਾਏ। ਕੋਈ ਦੂਜੇ ਦੇ ਥਾਂ ਤੇ ਸਜ਼ਾ ਨਹੀਂ ਲੈਂਦਾ, ਆਪੋ ਆਪਣੇ ਕਰਮਾਂ ਦਾ ਲੇਖਾ ਹੈ। ਚਾਹੇ ਚੰਗੇ ਕਰ ਲਓ ਤੇ ਚਾਹੇ ਬੁਰੇ ਕਰ ਲਓ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮਾਂ ਦਾ ਹਿਸਾਬ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਕਲਯੁਗ ਦੇ ਵਿੱਚ ਜਿਹਨੇ ਉਹ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰ ਲਈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਇਸ ਕਲੂ ਕਾਲ ਦੇ ਸਮੇਂ ਵਿੱਚ ਸਤਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾ ਮਾਹੇ। ਉੱਤਮ ਕਹਿ ਦਿੱਤਾ ਸਤਿਗੁਰ ਨੇ ਯੁੱਗਾਂ ਦੇ ਵਿੱਚੋਂ। ਕਿਉਂ ਕਿਹਾ? ਕਿਉਂਕਿ ਸਹਿਜੇ ਹੀ ਸੁਖੈ ਨਹੀਂ, ਭਗਤੀ ਦਾ ਜਿਹੜਾ ਫਲ ਪ੍ਰਾਪਤ ਹੋ ਜਾਂਦਾ, ਬਹੁਤੀ ਮੁਸ਼ੱਕਤ ਨਹੀਂ ਘਾਲਣੀ ਪੈਂਦੀ। ਪਿਛਲੀਆਂ ਯੁੱਗਾਂ ਵਿੱਚ ਆਪਾਂ ਸਾਖੀਆਂ ਪੜ੍ਹਦੇ ਹਾਂ ਪੌਰਾਣਕ ਕਿ ਬਹੁਤ ਲੰਬੇ ਵਰੇ ਰਿਸ਼ੀ ਮੁਨੀ ਜੰਗਲਾਂ ਦੇ ਵਿੱਚ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਜਲ ਦੇ ਸੋਮਿਆਂ ਦੇ ਕਿਨਾਰਿਆਂ ਦੇ ਉੱਤੇ ਤਪ ਕਰਨ ਵਾਸਤੇ ਬੈਠੇ ਰਹਿੰਦੇ ਸਨ ਸਮਾਧੀਆਂ ਲਾ ਕੇ, ਤੇ ਫਿਰ ਕਿਤੇ ਜਾ ਕੇ ਪ੍ਰਾਪਤੀ ਹੁੰਦੀ ਸੀ। ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਕਲਯੁਗ ਨਾਨਕ ਨਾਮ ਸੁਖਾਲਾ ਬਖਸ਼ ਦਿੱਤਾ ਹੈ ਸਾਨੂੰ। ਬੜਾ ਸੌਖਾ ਹੈ ਕਲਯੁਗ ਦੇ ਵਿੱਚ ਨਾਮ ਜਪਣਾ। ਜਿੱਥੇ ਆਪਾਂ ਕਹਿੰਦੇ ਹਾਂ ਨਾ ਵੀ ਕਲਯੁਗ ਹੈ ਬੜਾ ਭਿਆਨਕ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਸੁਗਮ ਵੀ ਬੜਾ, ਤਰਨਾ ਸੌਖਾ ਵੀ ਬੜਾ ਹੈ, ਬਹੁਤੀ ਮੁਸ਼ੱਕਤ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਧੰਨ ਕਾਲਯੁਗ। ਇਹ ਕਹਿੰਦੇ ਕਲੂ ਕਾਲ ਦਾ ਜਿਹੜਾ ਭਿਆਨਕ ਸਮਾਂ ਨਾ, ਇਹ ਵੀ ਧਨਤਾ ਦੇ ਯੋਗ ਹੈ, ਕਿਉਂਕਿ ਥੋੜਾ ਕੀਤੇ ਹੀ ਭਗਤੀ ਪ੍ਰਵਾਨ ਹੋ ਜਾਂਦੀ ਹੈ, ਫਲ ਮਿਲ ਜਾਂਦਾ ਵੱਡਾ। ਤੇ ਧੰਨ ਕਲਯੁਗ ਜਗ ਈਸ਼। ਕਲਯੁਗ ਦੇ ਜਿਹੜੇ ਅਵਤਾਰ ਹਨ, ਕਲਯੁਗ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਜੋ ਆਪ ਧਰਤੀ ਦੇ ਉੱਤੇ ਆਏ ਹਨ, ਜਗਤ ਦੇ ਈਸ਼ ਭਾਵ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਕਲਗੀਧਰ ਪਾਤਸ਼ਾਹ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੀ ਧੰਨ ਹਨ। ਮਹਾਬਿਕਾਰੀ ਜਗ ਤਰੇ ਭਜਨ ਦਰਾਏ ਕੀਸ। ਹਾਂ, ਕਹਿੰਦੇ ਜਿਹੜੇ ਬਹੁਤ ਵੱਡੇ ਵੱਡੇ ਵਿਕਾਰਾਂ ਨੂੰ ਭੋਗਣ ਵਾਲੇ ਵਿਕਾਰੀ ਮਹਾਬਿਕਾਰੀ ਪੁਰਸ਼ ਆ ਨਾ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਜਗਤ ਦੇ ਵਿੱਚ ਕਲਯੁਗ ਦੇ ਸਮੇਂ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਭਜਨ ਤਰਾਏ ਕੀਸ। ਜਦੋਂ ਉਹ ਭਜਨ ਕਰਦੇ ਆ, ਸਿਮਰਨ ਕਰਦੇ ਆ, ਬੰਦਗੀ ਵਿੱਚ ਜੁੜ ਜਾਂਦੇ ਆ। ਤੇ ਕਹਿੰਦੇ ਭਜਨ ਤਰਾਏ ਕੀਸ। ਭਜਨ ਦੇ ਨਾਲ ਕੌਣ ਨਹੀਂ ਤਰਦਾ? ਭਾਵ ਸਾਰੇ ਹੀ ਤਰਦੇ ਆ। ਸਤਿਗੁਰ ਨੇ ਬਾਣੀ ਦੇ ਵਿੱਚ ਵੀ ਆਖਿਆ ਨਾ, ਗੋਬਿੰਦ ਭਜਨ ਕੌਣ ਕੌਣ ਨਹੀਂ ਤਾਰੇ, ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਧਾਰੀ। ਕਹਿੰਦੇ ਕੌਣ ਕੌਣ ਨਹੀਂ ਤਰਿਆ ਭਗਤੀ ਦੇ ਨਾਲ। ਇੱਥੇ ਕਹਿੰਦੇ ਖਗ ਦਾ ਪੰਛੀਆਂ ਦੇ ਤਨ ਜਿਨ੍ਹਾਂ ਨੇ ਧਾਰਨ ਕੀਤੇ, ਭਾਵ ਜੋ ਪੰਛੀ ਹਨ ਆਕਾਸ਼ਚਾਰੀ, ਉਹਨਾਂ ਦਾ ਵੀ ਪਾਰ ਉਤਾਰਾ ਹੋਇਆ। ਮੀਨ ਤਨ ਜਿਹੜੇ ਸਮੁੰਦਰ ਦੇ ਵਿੱਚ ਜਲ ਦੇ ਜੀਵ ਜੰਤੂ ਆ, ਉਹਨਾਂ ਦਾ ਵੀ ਪਾਰ ਉਤਾਰਾ ਹੋਇਆ। ਔਰ ਬਰਾਹ ਤਨ ਸੂਰ ਇਤਿਆਦਿਕ ਜਿਹੜੀਆਂ ਗੰਦੀਆਂ ਜੋਨਾਂ ਵਿੱਚ, ਤ੍ਰਿਕਤ ਜੋਨਾਂ ਦੇ ਵਿੱਚ ਜਿਹੜੇ ਪਏ, ਗੰਦਗੀ ਖਾਣ ਵਾਲੀਆਂ ਜੋਨਾਂ ਦੇ ਵਿੱਚ ਜਿਹੜੇ ਪੈ ਜਾਂਦੇ ਆ, ਕਹਿੰਦੇ ਜੇ ਕਿਤੇ ਭਜਨ ਸਿਮਰਨ ਦੇ ਨਾਲ ਉਹ ਜੁੜ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੌਣ ਕੌਣ ਨਾ ਤਾਰੇ, ਕੌਣ ਕੌਣ ਨਹੀਂ ਤਰਿਆ। ਸਭ ਪ੍ਰਕਾਰ ਦੇ ਲੋਕ ਤਰ ਜਾਂਦੇ ਆ, ਚਾਹੇ ਪੁੰਨੀ ਪਾਪੀ ਕਿਸੇ ਤਰ੍ਹਾਂ ਦੇ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ, ਭਜਨ ਸਿਮਰਨ ਕਰਨ ਲੱਗ ਪਵੇ, ਸਤਿਗੁਰੂ ਜੀ ਪਾਰ ਉਤਾਰਾ ਕਰ ਦਿੰਦੇ ਹਨ। ਸੋ ਕਹਿੰਦੇ ਮਹਾਬਿਕਾਰੀ ਜਗ ਤਰੈ ਭਜਨ ਤਰਾਏ ਕੀਸ। ਕੀਸ ਨਾਮ ਬਾਂਦਰ ਦਾ ਵੀ ਹੈ। ਕਹਿੰਦੇ ਜਿਨ੍ਹਾਂ ਦਾ ਬਾਂਦਰ ਵਾਂਗ ਚੰਚਲ ਮਨ ਹੈ,
ਰੁਕਦਾ ਹੀ ਨਹੀਂ ਸੀ, ਕਿਤੇ ਖੜਦਾ ਹੀ ਨਹੀਂ ਸੀ। ਕਹਿੰਦੇ ਗੋਬਿੰਦ ਭਜਨ ਦੇ ਵਿੱਚ ਜਦੋਂ ਉਹ ਜੁੜ ਗਏ ਤੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਕੌਣ ਕੌਣ ਨਹੀਂ ਤਰਿਆ, ਸਭ ਤਰ ਗਏ। ਨਾਰੀ ਦਇਆ ਅਨੰਤ ਹੈ, ਜਾਂ ਜਗ ਭੀਤਰ ਭਾਖ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ। ਜਗਤ ਦੇ ਲੋਕ ਗੱਲ ਕਹਿੰਦੇ ਸੁਣਦੇ ਐ, ਇਹ ਗੱਲ ਕਹਿੰਦੇ ਐ ਕਿ ਜਿਹੜੀ ਨਾਰੀ ਹੈ, ਇਸਤਰੀ ਹੈ ਨਾ, ਉਹਦੇ ਵਿੱਚ ਦਇਆ ਅਨੰਤ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀ ਦੇ ਵਿੱਚ, ਬੀਬੀਆਂ ਦੇ ਵਿੱਚ ਜਿਹੜੀ ਦਇਆ ਨਾ, ਕਿਸੇ ਦੇ ਉੱਤੇ ਤਰਸ ਕਰਨਾ, ਕਿਸੇ ਤੇ ਤਰਸ ਖਾਣਾ, ਕਹਿੰਦੇ ਅਨੰਤ ਹੈ। ਅਨੰਤ, ਅੰਤ ਤੋਂ ਰਹਿਤ ਆ, ਬੇਅੰਤ ਹੀ ਦਇਆ ਦੇ ਨਾਲ ਭਰੀਆਂ ਹੁੰਦੀਆਂ ਹਨ ਇਸਤਰੀਆਂ। ਕਹਿੰਦੇ ਨਾਰੀਆਂ ਦੇ ਵਿੱਚ ਜਿਹੜੀ ਦਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਲੋਕ ਇਹ ਗੱਲ ਕਹਿੰਦੇ ਨੇ, ਇਹ ਗੱਲ ਪ੍ਰਤੱਖ ਹੈ ਸੰਸਾਰ ਦੇ ਵਿੱਚ ਕਿ ਬੀਬੀਆਂ ਦੇ ਵਿੱਚ, ਨਾਰੀਆਂ ਇਸਤਰੀਆਂ ਦੇ ਵਿੱਚ ਬਹੁਤ ਜ਼ਿਆਦਾ ਦਇਆ ਹੁੰਦੀ ਹੈ। ਹਟ ਸਾਸਤਰ ਪੜ੍ਹ ਕਿਆ ਕਰੇ, ਨਾਮ ਜਪਤ ਮਨ ਰਾਖ। ਹਾਂ, ਕਹਿੰਦੇ ਜਿਹਦੇ ਮਨ ਦੇ ਵਿੱਚ ਦਇਆ ਆ ਗਈ ਤੇ ਨਾਮ ਜਪਣ ਲੱਗ ਪਿਆ, ਜਿਹਨੇ ਨਾਮ ਸਿਮਰਨ ਕਰ ਲਿਆ, ਬੰਦਗੀ ਕਰ ਲਈ, ਕਹਿੰਦੇ ਖਾਟ ਸ਼ਾਸਤਰ ਪੜ੍ਹ ਕਿਆ ਕਰੇ। ਫਿਰ ਉਹਨੇ 6 ਸ਼ਾਸਤਰ ਪੜ੍ਹ ਕੇ ਕਿਆ ਲੈਣਾ ਹੈ? ਉਹਨੂੰ 6 ਸ਼ਾਸਤਰ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਜਿਹੜੀ ਸ਼ਾਸਤਰਾਂ ਨੂੰ ਪੜ੍ਹ ਕੇ ਵਸਤੂ ਦੀ, ਤੱਤ ਦੀ ਪ੍ਰਾਪਤੀ ਹੋਣੀ ਆ, ਉਹ ਤਾਂ ਪਹਿਲਾਂ ਹੀ ਪ੍ਰਾਪਤੀ ਹੋ ਗਈ। ਨਾਮ ਜਪਣਾ, ਦਇਆ ਧਾਰਨ ਕਰਨੀ, ਕਿਉਂਕਿ ਧਰਮ ਤਾਂ ਉਪਜਦਾ ਹੀ ਦਇਆ ਤੋਂ ਹੈ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਹੰਕਾਰ ਦੇ ਵਿੱਚੋਂ ਪਾਪ ਪੈਦਾ ਹੁੰਦਾ ਹੈ ਤੇ ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ। 5 ਪਿਆਰੇ ਸਾਹਿਬਾਨ ਦੇ ਨਾਮ ਆਪਾਂ ਲੜੀਵਾਰ ਲੈਂਦੇ ਆ, ਜਿਨ੍ਹਾਂ ਮਰ ਜੀਵੜਿਆਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਤੇਗ ਦੀ ਭੇਟਾ ਆਪਣੇ ਸੀਸ ਕਰਕੇ ਤੇ ਸਤਿਗੁਰਾਂ ਦੀ ਕਿਰਪਾ ਸਿੱਖੀ ਪ੍ਰਾਪਤ ਕੀਤੀ, ਸਰਦਾਰੀਆਂ ਪ੍ਰਾਪਤ ਕੀਤੀਆਂ, ਨਾਮ ਦੇ ਨਾਲ ਸਿੰਘ ਲਕਬ ਲਗਵਾਇਆ। ਖੰਡੇ ਕੀ ਪਾਹੁਲ ਜਿਨ੍ਹਾਂ ਨੇ ਵਡਭਾਗੇ ਗੁਰਮੁਖਾਂ ਨੇ ਪ੍ਰਾਪਤ ਕੀਤੀ। ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਨਾ, ਜਦੋਂ ਪਹਿਲਾ ਸੀਸ ਭੇਟ ਕਰਨ ਦੇ ਲਈ ਭਾਈ ਦਇਆ ਰਾਮ ਜੀ ਆਏ ਸਨ ਤੇ ਸਤਿਗੁਰਾਂ ਨੇ ਪੁੱਛਿਆ ਸੀ, ਸਿੱਖਾ ਕੌਣ ਹੈ, ਕਿੱਥੋਂ ਆਇਆ ਹੈ? ਤੇ ਕਿਹਾ ਜੀ ਮਹਾਰਾਜ ਮੇਰਾ ਨਾਂ ਦਇਆ ਰਾਮ ਹੈ, ਮੈਂ ਲਾਹੌਰ ਤੋਂ ਆਇਆ। ਤੇ ਸਤਿਗੁਰੂ ਕਹਿੰਦੇ ਵਾਕਈ, ਕਹਿੰਦੇ ਤੂੰ ਸਹੀ ਜਗ੍ਹਾ ਤੇ ਪਹੁੰਚਿਆ ਤੇ ਸਹੀ ਬੰਦਾ ਉੱਠ ਕੇ ਆਇਆ, ਕਿਉਂਕਿ ਧਰਮ ਦੀ ਆਰੰਭਤਾ, ਪੰਥ ਦੀ ਆਰੰਭਤਾ ਕਰਨ ਲੱਗਿਆ ਸਭ ਤੋਂ ਪਹਿਲਾਂ ਦਇਆ ਹੀ ਚਾਹੀਦੀ ਹੈ, ਦਇਆ ਹੀ ਲੋੜੀਂਦੀ ਹੈ। ਸੋ ਇਸੇ ਪ੍ਰਕਾਰ 5 ਪਿਆਰਿਆਂ ਦੇ ਨਾਮ ਦੀ ਬਹੁਤ ਵੱਡੀ ਫਿਲਾਸਫੀ ਹੈ। ਜੇ ਆਪਾਂ ਵਿਚਾਰੀਏ ਤੇ ਬਹੁਤ ਲੰਬਾ ਸਮਾਂ ਚਾਹੀਦਾ ਹੈ। ਪਹਿਲਾਂ ਦਇਆ ਆਈ, ਫਿਰ ਧਰਮ ਆਇਆ। ਜਦੋਂ ਧਰਮ ਆਉਂਦਾ ਹੈ ਤੇ ਫਿਰ ਗੁਰਮੁਖ ਪਿਆਰਿਓ ਬੰਦਾ ਹਿੰਮਤੀ ਬਣ ਜਾਂਦਾ, ਹਿੰਮਤ ਸਿੰਘ ਆਇਆ। ਤੇ ਜਦੋਂ ਹਿੰਮਤ ਆ ਗਈ ਧਰਮ ਦੇ ਕਾਰਜਾਂ ਦੇ ਵਾਸਤੇ ਤੇ ਫਿਰ ਸੰਸਾਰ ਤੋਂ ਮੋਹ ਕੰਮ ਹੋ ਜਾਂਦਾ, ਘਟ ਜਾਂਦਾ ਸੰਸਾਰ ਦਾ ਮੋਹ। ਤੇ ਇਸ ਤਰ੍ਹਾਂ ਮੋਹ ਕੰਮ ਹੋ ਜਾਂਦਾ, ਮੋਹਕਮਤਾਈ ਪ੍ਰਾਪਤ ਹੋਈ ਤੇ ਸਾਹਿਬ ਦੀ ਪ੍ਰਾਪਤੀ, ਸਾਹਿਬ ਸਿੰਘ ਜੀ ਪਿਆਰੇ। ਇਹ 5 ਪਿਆਰਿਆਂ ਦੇ ਨਾਮ ਦੀ ਬਹੁਤ ਵੱਡੀ ਫਿਲਾਸਫੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦਇਆ ਇਹ ਧਰਮ ਦਾ ਮੂਲ ਹੈ। ਤੇ ਕਹਿੰਦੇ ਜਿਹਦੇ ਕੋਲੇ ਦਇਆ ਆ ਗਈ, ਨਾਮ ਜਪਣ ਲੱਗ ਪਿਆ, ਉਹਨੂੰ ਸ਼ਾਸਤਰ ਧਰਮ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਇਸ ਪਰ ਇੱਕ ਇਤਿਹਾਸ ਹੈ, ਦਇਆ ਤ੍ਰਿਆ ਜਿਮ ਕੀਨਾ। ਸਤਿਗੁਰੂ ਜੀ ਕਹਿੰਦੇ ਇਹਦੇ ਉੱਤੇ ਹੁਣ ਇੱਕ ਸਾਖੀ ਸੁਣੋ, ਇੱਕ ਪ੍ਰਸੰਗ ਹੈ, ਇੱਕ ਇਤਿਹਾਸਕ ਕਥਾ ਹੈ। ਜਿਵੇਂ ਇੱਕ ਇਸਤਰੀ ਨੇ ਬਹੁਤ ਜ਼ਿਆਦਾ ਦਿਆਲੂ ਹੋ ਕੇ ਦਇਆ ਕੀਤੀ। ਸੰਗਤ ਸੁਣੀਏ ਭਾਰਤਾ, ਜਿਮ ਫਲ ਪ੍ਰਾਪਤ ਪੀਨਾ। ਹੇ ਗੁਰੂ ਕੀ ਇਹ ਸੰਗਤ ਤੇ ਉਹ ਵਾਰਤਾ, ਉਹ ਇਤਿਹਾਸ, ਉਹ ਸਾਖੀ ਸੁਣੋ ਕਿ ਜਿਵੇਂ ਉਹਨੂੰ ਫਲ ਦੀ ਪ੍ਰਾਪਤੀ ਹੋਈ ਦਇਆ ਕਰਨ ਵਾਲੀ ਬੀਬੀ ਨੂੰ। ਚੌਪਾਈ ਇੱਕ ਪਾਰ ਦੀ ਬਨ ਮੈਂ ਗਇਓ। ਹੁਣ ਸਤਿਗੁਰੂ ਜੀ ਸਾਖੀ ਆਰੰਭ ਕਰਦੇ ਆ, ਇਤਿਹਾਸ ਸੁਣਾਉਣਾ ਸ਼ੁਰੂ ਕਰਦੇ ਆ। ਕਹਿੰਦੇ ਇੱਕ ਵਾਰ ਇੱਕ ਸ਼ਿਕਾਰੀ ਜਿਹੜਾ ਸ਼ਿਕਾਰ ਖੇਡਦਾ ਸੀ, ਜਾਨਵਰਾਂ ਨੂੰ, ਪੰਛੀਆਂ ਨੂੰ ਮਾਰਨ ਵਾਲਾ, ਪਾਰਦੀ ਨਾਮ ਹੈ ਸ਼ਿਕਾਰੀ ਦਾ। ਕਹਿੰਦੇ ਬਨ ਮੈਂ ਗਇਓ, ਜੰਗਲ ਦੇ ਵਿੱਚ ਗਿਆ। ਹੱਕ ਮ੍ਰਿਗ ਕੋ ਸੰਘਾਰਤ ਭਇਓ। ਤੇ ਕਹਿੰਦੇ ਉਹ ਖਗਾਂ ਨੂੰ, ਪੰਛੀਆਂ ਨੂੰ, ਸੋ ਖਹਿ ਦੇ ਵਿੱਚ ਜਿਨ੍ਹਾਂ ਦਾ ਹੈ ਗਮਨ, ਆਕਾਸ਼ ਦੇ ਵਿੱਚ ਜਿਹੜੇ ਵਿਚਰਨ ਵਾਲੇ ਆਕਾਸ਼ਚਾਰੀ ਪੰਛੀਆਂ ਨੂੰ ਉਹਨੇ ਮਾਰਿਆ। ਔਰ ਇਸੇ ਤਰ੍ਹਾਂ ਮਿਰਗਾਂ ਨੂੰ ਮਾਰਦਾ ਹੈ। ਤੇ ਸੋ ਇਹਨਾਂ ਦਾ ਸੰਘਾਰ ਕਰਦਾ, ਭਾਵ ਇਹਨਾਂ ਨੂੰ ਮਾਰਦਾ, ਸ਼ਿਕਾਰ ਕਰਦਾ ਹੈ। ਕਿਰਿਆ ਹਤੀ ਫਸਾਵਤ ਜਾਰੀ।
ਹਾਂ, ਤੇ ਕਹਿੰਦੇ ਉਹਨੇ ਹੋਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚਿੜੀਆਂ, ਜਿਹੜੇ ਛੋਟੇ ਜਾਨਵਰ ਹੈ, ਉਹਨਾਂ ਨੂੰ ਵੀ ਆਪਣੇ ਜਾਲ ਦੇ ਵਿੱਚ ਫਸਾ ਕੇ ਮਾਰਿਆ। ਅਪਰ ਵਿਹੰਗਮ ਕੇਤਕ ਮਾਰੀ। ਹਾਂ, ਇਹਨਾਂ ਤੋਂ ਬਿਨਾ ਹੋਰ ਕਿਤਨੇ ਹੀ ਬੇਹੰਗਮ, ਕਿਤਨੇ ਹੀ ਪੰਛੀ ਇਸ ਨੇ ਮਾਰ ਦਿੱਤੇ। ਪੰਛੀ ਮੇਲ ਇਤ ਉਤ ਸਮਦਾਇਆ। ਹਾਂ, ਜਦੋਂ ਬਹੁਤ ਸਾਰੇ ਪੰਛੀਆਂ ਦਾ ਇਹ ਸ਼ਿਕਾਰੀ ਨੇ ਸ਼ਿਕਾਰ ਕੀਤਾ ਤੇ ਪੰਛੀਆਂ ਦਾ ਇੱਕ ਝੁੰਡ ਇਕੱਠਾ ਹੋ ਗਿਆ। ਨਾਦਤ ਬਹੁਤ ਬਿਰਲਾਪ ਸੁਨਾਇਆ। ਜਾਲ ਵਿੱਚ ਫਸੇ ਹੋਏ ਆਪਣੇ ਸਾਥੀਆਂ ਨੂੰ ਵੇਖ ਕੇ, ਮਾਰੇ ਗਏ ਜਾਨਵਰਾਂ ਨੂੰ ਵੇਖ ਕੇ, ਤੇ ਉਹ ਬੜਾ ਵਿਰਲਾਪ ਕਰਨ ਲੱਗੇ, ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਡਰਦਿਆਂ ਮਾਰਿਆਂ ਨੇ। ਮਨ ਮੈਂ ਵਿਆਕੁਲ ਵਿਖੇ ਵਿਹੰਗ। ਜਦੋਂ ਬੜੇ ਵਿਆਕੁਲ ਜਾਨਵਰ ਦੇਖੇ ਨਾ ਬਨ ਦੇ ਵਿੱਚ, ਜੰਗਲ ਦੇ ਵਿੱਚ, ਬੜੀ ਵਿਆਕੁਲਤਾ ਦੇ, ਬੜੇ ਦੁਖਦਾਈ ਇਹ ਸਥਿਤੀ ਦੇ ਵਿੱਚ ਪੰਛੀਆਂ ਨੂੰ ਜਦੋਂ ਦੇਖਿਆ, ਬੰਦਕ ਸੋਚਤ ਹਿਰਦੇ ਬਿਲੰਦ। ਫਿਰ ਇਹ ਜਿਹੜਾ ਬੱਧਕ ਸੀ ਨਾ, ਪੰਛੀਆਂ ਨੂੰ ਮਾਰਨ ਵਾਲਾ ਸ਼ਿਕਾਰੀ, ਇਹਦੇ ਹਿਰਦੇ ਦੇ ਵਿੱਚ ਇੱਕ ਭਾਰੀ ਸੋਚ ਉਤਪੰਨ ਹੋਈ। ਮਨ ਸੋ ਕਹੈ ਦਇਆ ਉਰ ਧਰੈ। ਫਿਰ ਆਪਣੇ ਮਨ ਨੂੰ ਕਹਿੰਦਾ ਵੀ ਤੂੰ ਕਿੱਡਾ ਪਾਪੀ ਐ, ਵੇਖ ਤੂੰ ਦਇਆ ਹੀ ਨਹੀਂ ਧਾਰਦਾ, ਕਿੰਨੇ ਪੰਛੀਆਂ ਨੂੰ ਮਾਰਤਾ, ਜਾਨਵਰ ਵਿਚਾਰੇ ਕਿਵੇਂ ਰੋਂਦੇ ਕਰਲਾਉਂਦੇ ਐ, ਚੀਕ ਚਿਹਾੜਾ ਪਾਈ ਜਾਂਦੇ ਆ, ਤੈਨੂੰ ਤਾਂ ਮਨ ਵਿੱਚ ਦਇਆ ਧਾਰਨ ਕਰ ਲੈਣੀ ਚਾਹੀਦੀ ਐ। ਮੈਂ ਤਪਸੀ ਤਪ ਕੋ ਕਰੈ। ਕਹਿੰਦਾ ਵੇਖ, ਜਿਹੜੇ ਜੰਗਲ ਵਿੱਚ ਆ ਕੇ ਤੂੰ ਜਾਨਵਰਾਂ ਨੂੰ ਮਾਰੀ ਜਾਂਦਾ ਮਨਾ, ਇਸੇ ਜੰਗਲ ਦੇ ਵਿੱਚ ਆ ਕੇ ਕਿੱਡੇ ਕਿੱਡੇ ਤਪਸਵੀ ਤਪੱਸਿਆ ਕਰਦੇ ਆ, ਨਾਮ ਜਪਦੇ ਆ। ਮੈਂ ਪਾਲਕ ਵੀ ਰਾਜ ਤਜਤ ਹੈ। ਇੱਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਦੁਨੀਆ ਦੇ ਰਾਜੇ ਆ ਨਾ, ਉਹ ਵੀ ਆਪਣਾ ਰਾਜ ਭਾਗ ਤਿਆਗ ਕੇ ਜੰਗਲਾਂ ਵਿੱਚ ਆ ਕੇ ਸਮਾਧੀਆਂ ਲੈ ਲੈਂਦੇ ਆ, ਤਪੱਸਿਆ ਕਰਦੇ ਆ। ਕਿਉਂਕਿ ਪੁਰਾਤਨ ਸਮੇਂ ਵਿੱਚ ਗੁਰੂ ਪਿਆਰੇ ਖਾਲਸਾ ਜੀ ਜਿਹੜੇ ਰਾਜੇ ਹੁੰਦੇ ਸਨ ਨਾ, ਬਹੁਤ ਧਰਮੀ ਹੁੰਦੇ ਸਨ, ਤੇ ਉਹਨਾਂ ਨੇ ਪਹਿਲਾਂ ਰਾਜ ਭਾਗ ਕਰਨਾ, ਚੰਗਾ ਨਿਆਂ ਕਰਨਾ, ਤੇ ਫਿਰ ਜਦੋਂ ਕਦੇ ਮਨ ਨੂੰ ਠੋਕਰ ਲੱਗਦੀ ਕਿ ਇਹ ਜਗ ਬਿਨਸਣਹਾਰਾ ਹੈ, ਤੋਂ ਲੈ ਕੁਝ ਨਹੀਂ ਜਾਣਾ, ਕਿਸੇ ਸਾਧੂ ਮਹਾਤਮਾ ਦੀ ਉਹ ਸੰਗਤ ਕਰਦੇ, ਤਾਂ ਮਹਾਤਮਾ ਦੀ ਪ੍ਰੇਰਣਾ ਨਾਲ ਫਿਰ ਸਭ ਕੁਝ ਛੱਡ ਛਡਾ ਕੇ ਸੰਨਿਆਸੀ ਬਣ ਕੇ, ਬਾਣਪ੍ਰਸਥੀ ਬਣ ਕੇ ਜੰਗਲਾਂ ਵਿੱਚ ਜਾ ਕੇ ਭਗਤੀ ਕਰਿਆ ਕਰਦੇ। ਅੱਜ ਵਾਂਗ ਨਹੀਂ ਸੀ, ਜਿਹੜਾ ਇੱਕ ਵਾਰੀ ਰਾਜਾ ਚੁਣਤਾ ਆਪਾਂ ਵੋਟਾਂ ਦੇ ਨਾਲ, ਉਹ ਮੁੜ ਕੇ ਕੁਰਸੀ ਛੱਡਣ ਨੂੰ ਤਿਆਰ ਹੀ ਨਹੀਂ। ਉਮਰਾਂ ਲੰਘ ਜਾਂਦੀਆਂ, ਖੁੰਡੀਆਂ ਸੋਟੀਆਂ ਦੇ ਸਹਾਰੇ ਤੁਰਨ ਲੱਗ ਜਾਂਦੇ ਆ, ਫਿਰ ਵੀ ਕਹਿਣਗੇ ਸਾਨੂੰ ਇੱਕ ਵਾਰੀ 5 ਸਾਲ ਹੋਰ ਸੇਵਾ ਕਰਨ ਦਾ ਮੌਕਾ ਦੇ ਦਿਓ, ਵੀ ਹੋਰ ਵੀ ਕਿਸੇ ਨੂੰ ਸੇਵਾ ਕਰ ਲੈਣ ਦਿਓ, ਇਕੱਲਾ ਤੁਸੀਂ ਰਾਜ ਕਰਨਾ। ਫਿਰ ਕਹਿਣਗੇ ਜੀ ਨਹੀਂ, ਰਾਜ ਨਹੀਂ ਸੇਵਾ, ਅਸੀਂ ਤਾਂ ਸੇਵਾ ਕਰਨੀ, ਵੀ ਸੇਵਾ ਇਕੱਲੀ ਤੁਸੀਂ ਕਰਨੀ ਆ, ਬਾਕੀਆਂ ਨੂੰ ਵੀ ਮੌਕਾ ਦਿਓ। ਸੋ ਪੁਰਾਤਨ ਜਿਹੜੇ ਰਾਜੇ ਸਨ, ਉਹ ਨਹੀਂ ਸਨ ਕੁਰਸੀ ਨੂੰ ਚਿੰਬੜੇ ਹੋਏ, ਉਹ ਜਦੋਂ ਵੀ ਸਮਾਂ ਬਣ ਜਾਂਦਾ, ਐਸਾ ਉਹਨਾਂ ਦੇ ਮਨ ਦਾ ਵਿਚਾਰ ਬਣ ਜਾਂਦਾ, ਤੇ ਸਭ ਕੁਝ ਛੱਡ ਛਡਾ ਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸਨ। ਸੋ ਇਹ ਮਨ ਵਿੱਚ ਸੋਚਦਾ ਹੈ ਸ਼ਿਕਾਰੀ ਕਿ ਵੇਖ, ਇਸ ਜੰਗਲ ਦੇ ਵਿੱਚ ਜਿੱਥੇ ਤੂੰ ਸ਼ਿਕਾਰ ਕਰਦਾ, ਕਿੱਡੇ ਕਿੱਡੇ ਵੱਡੇ ਤਪਸਵੀ ਤਪੱਸਿਆ ਕਰਦੇ ਆ, ਰਾਜੇ ਰਾਜ ਭਾਗ ਛੱਡ ਕੇ ਭਗਤੀ ਕਰਦੇ ਹਨ। ਮਨ ਮੈਂ ਤਪ ਕਰ ਈਸ ਭਜਤ ਹੈ। ਹਾਂ, ਤੇ ਬਨ ਦੇ ਵਿੱਚ, ਜੰਗਲ ਦੇ ਵਿੱਚ ਤਪੱਸਿਆ ਕਰਕੇ ਈਸ਼ਵਰ ਦੀ, ਪਰਮੇਸ਼ਰ ਦੀ ਭਗਤੀ ਕਰਦੇ ਨੇ। ਤਨ ਹੋਏ ਅਸ ਪਾਪੀ। ਹਾਂ, ਤੇ ਮੈਂ ਮਨੁੱਖਾ ਦੇਹ ਦੇ ਵਿੱਚ ਹੁੰਦਾ ਹੋਇਆ ਤੇ ਕਿੱਡਾ ਵੱਡਾ ਪਾਪੀ ਹੈ, ਕਿੰਨੇ ਪਾਪ ਕਰਮ ਕਰਦਾ ਹਾਂ। ਮਨ ਮੈਂ ਪੀਰਮ ਆਏ ਜਦਾਪੀ। ਹਾਂ, ਜੰਗਲ ਦੇ ਵਿੱਚ ਮੈਂ ਵੀ ਆਉਣਾ, ਉਹ ਵੀ ਜੰਗਲ ਵਿੱਚ ਆਉਂਦੇ ਆ, ਪਰ ਆਉਣ ਦਾ ਫਰਕ ਹੈ। ਉਹ ਆ ਕੇ ਭਗਤੀ ਕਰਦੇ ਐ, ਪਰ ਮੈਂ ਆ ਕੇ ਇੱਥੇ ਪਾਪੀ ਬਣ ਗਿਆ, ਪਾਪ ਕਰਦਾ, ਜਾਨਵਰਾਂ ਨੂੰ ਮਾਰ ਰਿਹਾ ਅਤੇ ਜੀਵ ਗਨ ਮਹਾ ਸੰਤਾਪੀ। ਤੇ ਦੇਖੋ ਮੈਂ ਕਿੰਨੇ ਝੁੰਡਾਂ ਦੇ ਝੁੰਡ ਮਨਾ, ਕਿੰਨੇ ਤਾਂ ਮਾਰ ਦਿੱਤੇ ਐ, ਕਿੰਨਾ ਸੰਤਾਪੀ ਐ ਤੂੰ, ਕਿੰਨਾ ਦੁੱਖ ਦਿੱਤਾ ਜੀਵਾਂ ਨੂੰ। ਭਲੋ ਕਰਮ ਨਹਿ ਕੀਨ ਕਦਾਪੀ। ਭਲਾ ਕਰਮ ਤਾਂ ਤੇਰੇ ਤੋਂ ਕਦੇ ਭੁੱਲ ਕੇ ਵੀ ਨਹੀਂ ਹੋਇਆ, ਕੋਈ ਚੰਗਾ ਕਰਮ ਕਦੇ ਤੈਂ ਕੀਤਾ ਨਹੀਂ ਮਨਾ। ਆਏ ਨਰ ਜਨਮ ਸੁਧਾਰੈ। ਜਿਸ ਜੰਗਲ ਦੇ ਵਿੱਚ ਆ ਕੇ ਦੁਨੀਆ ਦੇ ਲੋਕ ਆਪਣਾ ਜਨਮ ਸੁਧਾਰ ਲੈਂਦੇ ਆ, ਭਾਵ ਭਗਤੀ ਕਰਦੇ ਹਨ, ਪਹੁੰਚ ਹਮ
ਮਾਰੈ। ਸ਼ਿਕਾਰੀ ਕਹਿੰਦਾ ਮੈਂ ਉੱਥੇ ਕੀ ਕਰ ਰਿਹਾ, ਜਿੱਥੇ ਲੋਕ ਭਗਤੀ ਕਰਦੇ ਐ ਤੇ ਮੈਂ ਉੱਥੇ ਪਹੁੰਚ ਕੇ ਜੀਵ ਹੱਤਿਆ ਕਰ ਰਿਹਾ ਹਾਂ। ਕਾਮ ਜਨਮ ਕਰਮ ਤਿਕ ਬ੍ਰਿੰਦ। ਕਹਿੰਦਾ ਤਿਰਕਾਰ ਹੈ, ਫਿੱਟ ਲਾਹਣਤ ਹੈ ਮੇਰੇ ਇਹੋ ਜਿਹੇ ਜਨਮ ਨੂੰ, ਫਿੱਟ ਲਾਹਣਤ ਹੈ ਮੇਰੇ ਇਹੋ ਜਿਹੇ ਕਰਮ ਨੂੰ। ਜਿਹਦੇ ਹਿੰਸਾ ਕਰਤ ਬਿਲੰਦ। ਹਾਂ, ਜਿਸ ਤਨ ਨੂੰ ਪਾ ਕੇ, ਜਿਸ ਸਰੀਰ ਨੂੰ ਪਾ ਕੇ ਔਰ ਜਿਸ ਤਰ੍ਹਾਂ ਦੇ ਕਰਮ ਕਰਕੇ ਮੈਂ ਹਿੰਸਾ ਕੀਤੀ ਹੈ, ਜੀਵਾਂ ਦੇ ਉੱਤੇ ਦਇਆ ਨਹੀਂ ਕੀਤੀ, ਇਹਨਾਂ ਨੂੰ ਮਾਰ ਰਿਹਾ ਹਾਂ। ਤੇ ਥੋੜੀ ਨਹੀਂ, ਬਿਲੰਦ ਬਹੁਤ ਜ਼ਿਆਦਾ ਮੈਂ ਹਿੰਸਕ ਬਣ ਗਿਆ, ਹਿੰਸਾ ਕੀਤੀ। ਹਟਿਓ ਤਬੈ ਪੁਰ ਬਿਕੈ ਵਿਚਾਰੀ। ਉਸ ਵੇਲੇ ਇਹਨੇ ਹਿਰਦੇ ਦੇ ਵਿੱਚ ਵਿਚਾਰ ਕਰ ਲਈ, ਬਸ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਨਾ, ਹੁਣ ਭਗਤੀ ਕਰਨੀ ਹੈ। ਤੇ ਹਟਿਓ ਤਬੈ, ਉਸੇ ਵੇਲੇ ਹਟ ਗਿਆ, ਛੱਡ ਦਿੱਤਾ ਸ਼ਿਕਾਰ ਕਰਨਾ। ਬਿਕਰਮ ਜੀਤ ਅਬੈ ਉਪਕਾਰੀ। ਤੇ ਕਹਿੰਦਾ ਮੈਂ ਹੁਣੇ ਛੱਡ ਦਿੰਨਾ ਹੈ। ਤੇ ਜਿਹੜਾ ਮੇਰੇ ਸ਼ਹਿਰ ਦਾ, ਮੇਰੇ ਦੇਸ਼ ਦਾ ਰਾਜਾ ਨਾ, ਉਹਦਾ ਨਾਮ ਹੈ ਬਿਕਰਮਾਜੀਤ, ਤੇ ਜਿਹੜਾ ਬੜਾ ਵੱਡਾ ਪਰ ਉਪਕਾਰੀ ਰਾਜਾ ਹੈ। ਗੁਰਮੁਖ ਪਿਆਰਿਓ, ਇਹ ਉਹ ਰਾਜਾ ਬਿਕਰਮਾਜੀਤ ਹੈ ਜਿਹਦੇ ਨਾਂ ਦੇ ਉੱਤੇ ਬਿਕਰਮੀ ਸੰਮਤ ਚੱਲਦਾ ਹੈ। ਆ ਜਿਹਨੂੰ ਸਾਡੇ ਸਿੱਖਾਂ ਵਿੱਚ ਪੈਦਾ ਹੋਇਆ ਨਿੰਦਕ ਲਾਣਾ, ਦਿਨ ਰਾਤ ਨਿੰਦਦਾ ਨਾ ਵੀ ਬਿਕਰਮੀ ਤਰੀਕਾਂ ਨਹੀਂ ਰੱਖਣੀਆਂ ਚਾਹੀਦੀਆਂ, ਤੇ ਉਹਦੀ ਬਾਬਤ ਸਤਿਗੁਰੂ ਜੀ ਸੁਣਾ ਰਹੇ ਆ। ਕਹਿੰਦੇ ਉਹ ਬਹੁਤ ਪਰ ਉਪਕਾਰੀ ਸੀ। ਕਥਾ ਦੇ ਵਿੱਚ ਗੱਲ ਆ ਰਹੀ ਹੈ। ਪਰ ਉਪਕਾਰੀ ਕਿੰਨਾ ਸੀ? ਕਹਿੰਦੇ ਇਹਨੇ ਆਪਣੇ ਰਾਜ ਭਾਗ ਦੇ ਵਿੱਚ ਇਹ ਢੰਡੋਰਾ ਪਟਵਾਇਆ ਸੀ, ਇਹ ਅਨਾਉਂਸ ਕਰਵਾਇਆ ਹੋਇਆ ਸੀ ਕਿ ਕੋਈ ਕਿਸੇ ਬੇਦੋਸ਼ੇ ਜੀਵ ਨੂੰ ਨਹੀਂ ਮਾਰੇਗਾ, ਕੋਈ ਸ਼ਿਕਾਰ ਨਹੀਂ ਕਰੇਗਾ। ਤੇ ਇਹ ਹੁਣ ਜਿਹੜਾ ਸ਼ਿਕਾਰੀ ਸੋਚਦਾ ਹੈ ਕਿ ਮੇਰਾ ਜਿਹੜਾ ਦੇਸ਼ ਦਾ ਰਾਜਾ ਬਿਕਰਮਾਜੀਤ ਉਹ ਬਹੁਤ ਵੱਡਾ ਪਰ ਉਪਕਾਰੀ ਹੈ। ਇਸ ਢਿੱਗ ਚੱਲ ਕਰ ਜਨਮ ਸੁਧਾਰਿਓ। ਹਾਂ, ਕਹਿੰਦਾ ਮੈਂ ਉਹਦੇ ਕੋਲੇ ਜਾਣਾ ਹੈ ਤੇ ਆਪਣਾ ਜਨਮ ਸੁਧਾਰ ਲੈਂਦਾ ਹਾਂ, ਆਪਣੇ ਜੀਵਨ ਨੂੰ ਸਵਾਰ ਲੈਂਦਾ ਹਾਂ। ਸੌ ਡੰਡ ਅੱਗ ਭਾਰ ਉਤਾਰਿਓ। ਕੀ ਕਰਾਂਗਾ? ਜਾ ਕੇ ਮੈਂ ਉਹਦੇ ਸਾਹਮਣੇ ਕਬੂਲ ਕਰ ਲਵਾਂਗਾ ਕਿ ਮੈਂ ਅਪਰਾਧੀ ਹਾਂ, ਮੈਂ ਚੋਰੀ ਚੋਰੀ ਸ਼ਿਕਾਰ ਕਰਕੇ ਤੁਹਾਡੀ ਹੁਕਮ ਅਦੂਲੀ ਕੀਤੀ ਹੈ, ਤੇ ਇਹਨਾਂ ਜਾਨਵਰਾਂ ਨੂੰ ਮਾਰਨ ਦੇ ਬਦਲੇ ਮੈਨੂੰ ਜਿਹੜੀ ਵੀ ਤੁਸੀਂ ਸਜ਼ਾ ਦੇਣੀ ਚਾਹੋ ਉਹ ਸਜ਼ਾ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ। ਵਿਚਾਰ ਤਿਸ ਪੁਰ ਕੋ ਚੱਲਾ। ਹਾਂ, ਤੇ ਪਾਪ ਉਤਾਰ ਲਵਾਂਗਾ। ਇਸ ਤਰ੍ਹਾਂ ਜਿਹੜੀ ਸਜ਼ਾ ਮੈਂ ਆਪਣੀ ਭੁਗਤ ਕੇ ਕੀਤੇ ਦੀ, ਤੇ ਇਸ ਤਰ੍ਹਾਂ ਵਿਚਾਰ ਕਰਕੇ ਤੇ ਰਾਜੇ ਦੇ ਨਗਰ ਨੂੰ, ਪੁਰੀ ਨੂੰ ਚੱਲ ਪਿਆ। ਅੱਗੇ ਆਵਤ ਉਤੋ ਭਵਾਲਾ। ਇਹ ਜਾ ਰਿਹਾ ਰਸਤੇ ਵਿੱਚ, ਤੇ ਅੱਗੇ ਇਹਨੂੰ ਭਵਾਲਾ ਜਿਹੜਾ ਰਾਜਾ ਹੈ ਇਹ ਰਸਤੇ ਵਿੱਚ ਆਉਂਦਾ ਹੋਇਆ ਮਿਲ ਪਿਆ। ਚੜਿਓ ਤਰੰਗ ਸੰਗ ਜੇ ਸੈਨਾ। ਰਾਜਾ ਘੋੜੇ ਦੇ ਉੱਤੇ ਅਸਵਾਰ ਹੈ, ਘੋੜੇ ਤੇ ਚੜਿਆ ਹੋਇਆ, ਤੇ ਨਾਲ ਉਹਦੇ ਬਹੁਤ ਸਾਰੀ ਸੈਨਾ ਫੌਜ ਹੈ। ਲੋਕਕਾਰ ਦੀ ਦੇਖਿਓ ਨੈਣਾ। ਜਦੋਂ ਰਾਜੇ ਦੀ ਦ੍ਰਿਸ਼ਟੀ ਪਈ ਤੇ ਉਹਨੂੰ ਪਤਾ ਲੱਗ ਗਿਆ, ਸਾਹਮਣੇ ਦੇਖਦੇ ਹੀ ਵੀ ਇਹ ਤਾਂ ਸ਼ਿਕਾਰੀ ਆ, ਉਹਦੀ ਵੇਸ਼ਭੂਸ਼ਾ ਤੋਂ ਪਤਾ ਲੱਗ ਗਿਆ, ਉਹਦੇ ਪਹਿਰਾਵੇ ਤੋਂ। ਜਦੋਂ ਸਾਹਮਣੇ ਦੇਖਿਆ ਨੇਤਰਾਂ ਦੇ ਨਾਲ ਰਾਜੇ ਬਿਕਰਮਾਜੀਤ ਨੇ, ਆਪੀ ਜਾਨ ਲੀਨ ਪਕਰਾਏ। ਉਸੇ ਵੇਲੇ ਹੁਕਮ ਕਰ ਦਿੱਤਾ ਫੌਜ ਨੂੰ ਕਿ ਬੰਦਾ ਪਾਪੀ ਹੈ ਤੇ ਇਹਨੂੰ ਫੜ ਲਓ, ਗ੍ਰਿਫਤਾਰ ਕਰ ਲਓ। ਗ੍ਰਿਫਤਾਰ ਕਰਵਾ ਲਿਆ। ਪੰਜ ਦਿਨ ਦਈ ਸੁਜਾਏ। ਤੇ ਹੁਕਮ ਕਰ ਦਿੱਤਾ ਕਿ ਇਹਨੂੰ 5 ਦਿਨਾਂ ਵਾਸਤੇ ਬੰਨ੍ਹ ਕੇ ਤੇ ਸਜ਼ਾ ਦਿਓ। ਇਹ ਬੜਾ ਪਾਪੀ ਹੈ, ਇਹਨੂੰ 5 ਦਿਨ ਵਾਸਤੇ ਜੇਲ੍ਹ ਵਿੱਚ, ਤੇ ਉੱਥੇ ਇਹਨੂੰ ਸਜ਼ਾ ਦੰਡ ਦਿੱਤਾ ਜਾਵੇ। ਦਾਸੀ ਨੇ ਮਾਰਕ ਦੇਖਾ। ਜਦੋਂ ਇਹਨੂੰ ਬੰਨ੍ਹ ਲਿਆ, ਕੈਦ ਵਿੱਚ ਕਰ ਦਿੱਤਾ, ਤੇ ਉੱਥੇ ਕੁੱਟਮਾਰ ਇਹਦੀ ਹੋਈ ਨਾ। ਤੇ ਗੁਰਮੁਖ ਪਿਆਰਿਓ, ਉੱਥੇ ਇੱਕ ਦਾਸੀ, ਇੱਕ ਬੀਬੀ ਸੀ ਮਹਿਲ ਦੇ ਵਿੱਚ। ਉਹਨੇ ਜਦੋਂ ਇਹਦੀ ਦਸ਼ਾ ਦੇਖੀ, ਹਾਏ ਕਰਲਾਏ ਕਰਦੇ ਦੀ, ਇਹਨੂੰ ਬਹੁਤ ਭਾਰੀ ਸਜ਼ਾਵਾਂ, ਕੋੜੇ ਮਾਰੇ ਜਾ ਰਹੇ ਐ, ਤੇ ਉਹ ਤੋਂ ਦੇਖ ਨਾ ਹੋਇਆ। ਇਸਤਰੀ ਦਾ ਜਿਹੜਾ ਹਿਰਦਾ, ਸਤਿਗੁਰ ਨੇ ਕਿਹਾ ਦਇਆ ਨਾਲ ਭਰਪੂਰ ਹੁੰਦਾ ਹੈ, ਦਇਆ ਉਪਜ ਪਈ ਮਨ ਦੇ ਵਿੱਚ। ਜਦੋਂ ਉਸ ਬੀਬੀ ਨੇ, ਦਾਸੀ ਨੇ ਦੇਖਿਆ ਇਹਨੂੰ ਸਜ਼ਾ ਪਾਉਂਦੇ ਹੋਏ, ਮਨ ਮੈਂ ਉਪਜੀ ਦਇਆ ਵਸੇਖਾ। ਤਾਂ ਕਹਿੰਦੇ ਉਹਦੇ ਮਨ ਵਿੱਚ ਵਿਸ਼ੇਖਾ, ਬਹੁਤ ਸਾਰੀ ਭਾਰੀ ਦਇਆ ਪੈਦਾ ਹੋ ਗਈ। ਵੇਖ ਧਾਰ ਆਪ ਬੰਦਾਇਓ। ਤਾਂ ਇਹ ਬੀਬੀ ਨੇ ਫਿਰ ਇੱਕ ਤਰਕੀਬ ਸੋਚੀ, ਇੱਕ ਵਿਧੀ ਬਣਾਈ। ਇਹਨੇ ਮਰਦਾਵਾਂ ਭੇਸ ਧਾਰਨ ਕਰ ਲਿਆ, ਮਰਦਾਂ ਵਾਲਾ। ਮਰਦਾਵਾਂ ਭੇਸ ਧਾਰਨ ਕਰਕੇ ਉਹਨਾਂ ਸਿਪਾਹੀਆਂ ਦੇ ਕੋਲ ਗਈ
ਤੇ ਕਿਹਾ ਕਿ ਇਸ ਨੂੰ ਛੱਡ ਦਿਓ, ਇਹਦੀ ਜਗ੍ਹਾ ਦੇ ਉੱਤੇ ਤੁਸੀਂ ਮੈਨੂੰ ਬੰਨ੍ਹ ਲਓ, ਜਿਹੜੀ ਸਜ਼ਾ ਦੇਣੀ ਆ ਮੈਨੂੰ ਦੇ ਦਿਓ। ਇਹਦੇ ਉੱਤੇ ਹੁੰਦਾ ਜ਼ੁਲਮ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਸੋ ਆਪਣੇ ਆਪ ਨੂੰ ਕੈਦ ਦੇ ਵਿੱਚ ਬਣਾ ਲਿਆ, ਗ੍ਰਿਫਤਾਰ ਕਰਵਾ ਲਿਆ ਉਸ ਬੀਬੀ ਨੇ ਮਰਦਾਵਾ ਭੇਸ ਧਾਰਨ ਕਰਕੇ। ਬੰਦਕ ਕੋ ਸ਼ਰਵਾਇਓ, ਉਸ ਵੇਲੇ ਜਿਹੜਾ ਬੰਦਕ ਬਣਾਇਆ ਹੋਇਆ ਸ਼ਿਕਾਰੀ ਸੀ ਇਹ ਫੰਦਕ, ਉਹਨੂੰ ਤਤਸ਼ਨੀ ਉਸੇ ਪਲ ਹੀ ਛਡਵਾ ਦਿੱਤਾ। ਜਬ ਇੱਕ ਮਹੀਨਾ, ਇਸ ਤਰ੍ਹਾਂ ਕਹਿੰਦੇ ਉਹਨੂੰ ਛਡਵਾ ਦਿੱਤਾ, ਉਹ ਚਲੇ ਗਿਆ ਤੇ ਉਹ ਬੀਬੀ ਮਰਦਾਂ ਵਾਲੇ ਭੇਸ ਵਿੱਚ ਹੁਣ ਕੈਦ ਵਿੱਚ ਹੈ। ਤੇ ਇਸ ਪ੍ਰਕਾਰ ਕਹਿੰਦੇ 1 ਮਹੀਨੇ ਦਾ ਸਮਾਂ ਜਿਸ ਵੇਲੇ ਬਤੀਤ ਹੋ ਗਿਆ, ਰਾਜੇ ਬਿਕਰਮਾਜੀਤ ਨੂੰ ਚੇਤਾ ਭੁੱਲ ਗਿਆ 5 ਦਿਨਾਂ ਦੀ ਸਜ਼ਾ ਦੇ ਕੇ। ਸੋਚਿਆ ਕਿ ਮੈਂ 5 ਦਿਨਾਂ ਦੀ ਸਜ਼ਾ ਦਿੱਤੀ ਸੀ ਪਰ 1 ਮਹੀਨਾ ਹੋ ਗਿਆ, ਇਹ ਗੱਲ ਚੇਤੇ ਆਈ। ਤਾਂ ਉਸ ਵੇਲੇ ਗੁਰਮੁਖ ਪਿਆਰਿਓ, ਇਸ ਰਾਜੇ ਬਿਕਰਮਾਜੀਤ ਨੇ ਆਖਿਆ ਕਿ ਉਸ ਕੈਦੀ ਨੂੰ, ਉਹ ਸ਼ਿਕਾਰੀ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਤਾਂ ਜਦੋਂ ਹੁਣ ਸ਼ਿਕਾਰੀ ਨੂੰ ਪੇਸ਼ ਕਰਨ ਦੀ ਗੱਲ ਆਈ, ਸ਼ਿਕਾਰੀ ਦੀ ਜਗ੍ਹਾ ਤੇ ਤਾਂ ਉਹ ਬੀਬੀ ਬੰਦ ਸੀ ਅੰਦਰ, ਤੇ ਉਹ ਬੀਬੀ ਨੂੰ ਹੁਣ ਜਿਸ ਵੇਲੇ ਉੱਥੇ ਲੈ ਕੇ ਪਹੁੰਚੇ, ਉਹ ਰਾਜ ਦਰਬਾਰ ਵਿੱਚ ਪਹੁੰਚੀ ਹੈ। ਹੁਕਮ ਸੁਣ ਕੇ ਰਾਜੇ ਬਿਕਰਮਾਜੀਤ ਦੇ ਕੋਲ ਤਤਸ਼ਿਨ ਹੀ ਬਹੁਤ ਜਲਦੀ ਪਹੁੰਚ ਗਈ। ਤੇ ਸਿਪਾਹੀ ਜਿਹੜੇ ਉਹਨੂੰ ਨਾਲ ਲੈ ਕੇ ਜਾਣ ਵਾਲੇ ਸਨ ਨਾ, ਉਹਨਾਂ ਨੂੰ ਕੁਝ ਧਨ ਦੇ ਦਿੱਤਾ, ਕੁਝ ਮਾਇਆ ਦੇ ਦਿੱਤੀ, ਮੁਕਰਾਤਾ ਵੀ ਤੁਸੀਂ ਦੱਸਿਓ ਨਾ ਕਿ ਮੈਂ ਉਹਨੂੰ, ਜਿਹੜਾ ਸ਼ਿਕਾਰੀ ਸੀ ਉਹਨੂੰ ਰਿਹਾ ਕਰਵਾ ਦਿੱਤਾ ਤੇ ਉਹਦੀ ਜਗ੍ਹਾ ਮੈਂ ਇੱਥੇ ਕੈਦ ਹੈ। ਸੋ ਪਤਾ ਉਹਨਾਂ ਨੂੰ ਵੀ ਨਹੀਂ ਕਿ ਇਹ ਇਸਤਰੀ ਹੈ, ਕਿਉਂਕਿ ਮਰਦਾਵਾ ਭੇਸ ਸੀ। ਤੇ ਇਸ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਦੱਸਣਾ ਨਹੀਂ ਕਿ ਮੈਂ ਉਹਦੀ ਜਗ੍ਹਾ ਤੇ ਹੋਰ ਆ, ਮੁਕਰਾ ਦਿੱਤੇ ਧਨ ਦੇ ਕੇ। ਹਾਂਜੀ, ਠਾਡੀ ਠਾੜ ਨਾਮ ਹੈ ਖੜੇ ਹੋਣ ਦਾ। ਜਿਵੇਂ ਆਪਾਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਰਹਿਰਾਸ ਸਾਹਿਬ ਦਾ ਪਾਠ ਕਰਨ ਵੇਲੇ ਵੀ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਕਿ ਮੈਂ ਅਕਾਲ ਪੁਰਖ ਦੇ ਸਮਕਸ਼ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਜਾ ਕੇ ਖੜਾ ਹੋ ਗਿਆ, ਕਲਗੀਧਰ ਪਾਤਸ਼ਾਹ ਕਹਿੰਦੇ, ਔਰ ਸਿਰ ਨਵਾ ਕਰਕੇ ਬਚਨ ਕੀਤਾ। ਸੋ ਠਾੜ ਪਾਠ ਜਿਹੜਾ ਠੱਠੇ ਕੰਨਾ ਢੱਡਾ ਬਿੰਦੇ ਤੋਂ ਰਹਿਤ ਕਰਨਾ, ਟਕਸਾਲ ਦੇ ਵਿੱਚ ਜੋ ਸਿਖਾਇਆ ਜਾਂਦਾ। ਠਾੜ ਇੱਥੇ ਪਾਠ ਹੈ, ਠਾਡੀ ਠੰਡੀ ਪਾਠ ਨਹੀਂ, ਕਿਉਂਕਿ ਠਾਂਡ ਨਾਮ ਠੰਡ ਦਾ, ਸ਼ੀਤਲਤਾ ਦਾ, ਪਰ ਠਾੜ ਨਾਮ ਹੈ ਖੜੇ ਹੋਣ ਦਾ। ਸੋ ਇੱਥੇ ਪਾਠ ਆਇਆ ਠਾਡੀ ਭਈ ਜਾਏ ਨ੍ਰਿਪ ਪਾਹੀ। ਕਹਿੰਦੇ ਨ੍ਰਿਪ ਦੇ ਪਾਸ, ਰਾਜੇ ਦੇ ਕੋਲ ਜਾ ਕੇ ਖੜੀ ਹੋ ਗਈ ਇਹ ਇਸਤਰੀ ਮਰਦਾਵੇਂ ਭੇਸ ਵਿੱਚ। ਹੁਣ ਪਹਿਰਾਵਾ ਮਰਦਾਵਾਂ ਪਹਿਨਿਆ ਹੋਇਆ, ਮਰਦਾਂ ਵਾਲਾ ਹੈ, ਪੁਰਸ਼ਾਂ ਵਾਲਾ ਹੈ। ਪਰ ਗੁਰਮੁਖ ਪਿਆਰਿਓ, ਜਦੋਂ ਇਹਦੀ ਚਾਲ ਢਾਲ ਤੁਰਨ ਦਾ ਢੰਗ ਰਾਜੇ ਨੇ ਇਹਦੇ ਚੱਕਰ ਚਿਹਨ ਵੇਖੇ ਤਾਂ ਉਹਨੂੰ ਕੁਝ ਸ਼ੱਕ ਪੈਦਾ ਹੋਇਆ। ਜਦੋਂ ਉਹਨੂੰ ਭਰਮ ਜਾਂ ਭੁਲੇਖਾ ਜਾਂ ਪੈਦਾ ਹੋਇਆ ਨਾ, ਤਾਂ ਸਭਾ ਵਿੱਚ ਰਾਜ ਦਰਬਾਰ ਦੇ ਵਿੱਚ ਫਿਰ ਪੁੱਛਣ ਲੱਗਿਆ, ਕਹਿਣ ਲੱਗਾ ਤੂੰ ਮੈਨੂੰ ਸੱਚ ਸੱਚ ਦੱਸ ਵੀ ਤੂੰ ਨਾਰੀ ਹੈ ਕਿ ਪੁਰਸ਼ ਹੈ, ਤੂੰ ਬੀਬੀ ਹੈ, ਇਸਤਰੀ ਹੈ ਕਿ ਮਰਦ ਹੈ? ਕਿਉਂ ਤੂੰ ਪਾਪ ਕਰਤ ਬੋਲੈ? ਹਾਂ, ਤੇ ਮੈਨੂੰ ਇਹ ਦੱਸ ਤੂੰ ਜੰਗਲ ਦੇ ਵਿੱਚ ਸ਼ਿਕਾਰ ਕਰਕੇ ਤੇ ਕਿਉਂ ਇੰਨਾ ਪਾਪ ਕਰਦਾ ਰਿਹਾ? ਬੋਲੀ ਹੇ ਭੂਪਤ ਪਾਪੀ। ਉਸ ਵੇਲੇ ਉਹ ਇਸਤਰੀ, ਉਹ ਬੇਬੀ ਰਾਜੇ ਦਾ ਇਹ ਬਚਨ ਸੁਣ ਕੇ, ਜਦੋਂ ਉਹਨੇ ਕਿਹਾ ਨਾ ਵੀ ਤੂੰ ਪਾਪ ਕਰਦਾ ਰਿਹਾ ਜੰਗਲ ਵਿੱਚ ਜੀਵਾਂ ਨੂੰ ਮਾਰ ਕੇ, ਉਸ ਵੇਲੇ ਉਹ ਜਿਹੜੀ ਦਾਸੀ ਸੀ, ਉਹ ਇਸਤਰੀ ਸੀ, ਮਰਦਾਂ ਵਾਲਾ ਭੇਸ ਧਾਰਨ ਕਰਕੇ ਜਿਹੜੀ ਕੈਦਣ ਬਣੀ ਹੋਈ ਸੀ, ਕਹਿਣ ਲੱਗੀ ਹੇ ਪਾਪੀ ਰਾਜਿਆ, ਮੈਂ ਫੰਦਕ ਪਾਪੀ ਸੰਤਾਪੀ। ਮੈਂ ਫੰਦਕ ਹਾਂ, ਸ਼ਿਕਾਰੀ ਹਾਂ, ਸ਼ਿਕਾਰ ਕਰਨ ਵਾਲਾ ਲੋਕਾਂ ਜਾਨਵਰਾਂ ਦਾ, ਪੰਛੀਆਂ ਦਾ, ਬੇਦੋਸ਼ਿਆਂ ਦਾ, ਤੇ ਮਹਾ ਸੰਤਾਪੀ, ਮੈਂ ਬਹੁਤ ਸੰਤਾਪ ਜੀਵਾਂ ਨੂੰ, ਪੰਛੀਆਂ ਨੂੰ ਦਿੱਤਾ ਹੈ। ਪਰ ਤੇਰਾ ਜਿਹੜਾ ਪਾਪ ਆ ਨਾ, ਮੇਰੇ ਤਾਂ ਪਾਪ ਹੀ ਹੈ, ਤੇਰਾ ਤਾਂ ਮਹਾ ਪਾਪ ਹੈ ਜਿਹੜਾ ਮੈਂ ਦੇਖਿਆ।
ਤੇ ਮੇਰਾ ਤਾਂ ਮਨ ਬੜਾ ਹੈਰਾਨ ਹੈ, ਬੜੀ ਹੈਰਾਨੀ ਹੈ ਮੇਰੇ ਮਨ ਵਿੱਚ। ਜੋ ਘਰ ਕੋ ਭੋਜਨ ਅਰ ਬਾਰੀ। ਆ ਤੂੰ ਮੈਨੂੰ ਕੈਦ ਕਰ ਲਿਆ ਤੇਰੇ ਮਹਿਲਾਂ ਦਾ, ਤੇਰੀ ਜੇਲ੍ਹ ਦਾ, ਜਿਹੜਾ ਮੈਂ ਖਾਣਾ ਖਾਦਾ ਹੈ, ਤੇਰੇ ਘਰ ਦਾ ਭੋਜਨ ਪਾਣੀ ਜਿਹੜਾ ਛਕਿਆ ਆਪਤੀ ਪਲਟਿਓ ਤਨ ਨਾਰੀ। ਤੇ ਵੇਖ ਮੇਰੀ ਕੀ ਹਾਲਤ ਹੋ ਗਈ ਆ। ਮੈਂ ਮਰਦ ਸੀ, ਤੇਰਾ ਅੰਨ ਜਲ ਛਕ ਕੇ, ਤੇਰੇ ਘਰ ਦਾ ਭੋਜਨ ਪਾਣੀ ਖਾ ਕੇ ਮੇਰਾ ਤਨ ਪਲਟ ਗਿਆ। ਮੈਂ ਮਰਦ ਤੋਂ ਇਸਤਰੀ ਬਣ ਗਈ ਹਾਂ। ਦੇ ਕਰ ਦੀਜੈ ਮੋਹੀ। ਤੇ ਕਹਿਣ ਲੱਗੀ ਹੁਣ ਤੂੰ ਇਸ ਤਰ੍ਹਾਂ ਕਰ, ਮੇਰੀ ਉਹੀ ਪੁਰਸ਼ਾਂ ਵਾਲੀ ਦੇਹ ਬਣਾ ਦੇ। ਮੈਂ ਮਨੁੱਖ ਸੀ ਤੇ ਇਸਤਰੀ ਬਣ ਗਿਆ, ਪੁਰਸ਼ ਸੀ ਇਸਤਰੀ ਬਣ ਗਈ ਹਾਂ। ਤੇ ਤੂੰ ਰਾਜਾ ਹੁਣ ਇਸ ਤਰ੍ਹਾਂ ਕਰ ਕਿ ਮੈਨੂੰ ਉਸੇ ਤਰ੍ਹਾਂ, ਕਿਉਂਕਿ ਤੇਰੇ ਘਰ ਦਾ ਅੰਨ ਖਾਣ ਦੇ ਨਾਲ ਮੇਰਾ ਸਰੀਰ ਪਲਟਿਆ ਨਾ, ਮੈਂ ਮਰਦ ਤੋਂ ਇਸਤਰੀ ਬਣੀ ਆ। ਤੇ ਤੂੰ ਹੁਣ ਜਿਵੇਂ ਮਰਜ਼ੀ ਕਰ, ਮੈਨੂੰ ਮੇਰੇ ਪਹਿਲੇ ਭੇਸ਼ ਦੇ ਵਿੱਚ ਭਾਵ ਪੁਰਸ਼ ਰੂਪ ਵਿੱਚ ਲਿਆ। ਨਤ ਮੈਂ ਮਰੋ ਅਗਰ ਅਬ ਤੋਹੀ। ਹਾਂ ਕਹਿੰਦੀ ਜੇ ਤੂੰ ਮੈਨੂੰ ਦੁਬਾਰਾ ਪੁਰਸ਼ ਨਹੀਂ ਬਣਾ ਸਕਦਾ, ਨਾ ਬਣਾਇਆ, ਕੋਈ ਯਤਨ ਨਾ ਕੀਤਾ, ਕਹਿੰਦੀ ਮੈਂ ਫਿਰ ਹੁਣੇ ਤੇਰੇ ਸਾਹਮਣੇ ਇੱਥੇ ਪ੍ਰਾਣ ਤਿਆਗ ਜਾਵਾਂਗੀ। ਮਨ ਰੋਏ ਦੁਸ਼ਮਨਾ। ਰਾਜੇ ਨੇ ਜਦੋਂ ਇਹ ਗੱਲ ਸੁਣੀ ਉਹ ਮਰਦਾਮੇ ਭੇਸ ਵਾਲੀ ਬੀਬੀ ਦੀ, ਤਾਂ ਉਸ ਵੇਲੇ ਬੜਾ ਹੈਰਾਨ ਜਿਹਾ ਹੋ ਗਿਆ ਮਨ ਵਿੱਚ ਰਾਜਾ। ਮੈਂ ਸੋਗ ਮੈਂ ਭਾਗਲ ਤਨਾ। ਤੇ ਬਹੁਤ ਵੱਡੇ ਅਫਸੋਸ ਦੇ ਵਿੱਚ, ਬੜੀ ਵਿਪਤਾ ਦੇ ਵਿੱਚ ਗਲਤਾਨ ਹੋ ਗਿਆ, ਡੁੱਬ ਗਿਆ। ਕਰੋ ਜਤਨ ਮੈਂ ਨਹਿ ਤਜ ਪ੍ਰਾਨ। ਉਸ ਵੇਲੇ ਕਹਿਣ ਲੱਗਾ, ਕਹਿੰਦਾ ਕੋਈ ਗੱਲ ਨਹੀਂ ਬੀਬੀ, ਜੇ ਤੇਰਾ ਤਨ ਬੀਬੀਆਂ ਵਾਲਾ ਹੋ ਗਿਆ, ਇਹ ਫੰਦਕਾ ਸ਼ਿਕਾਰੀਆ, ਤਾਂ ਮੈਂ ਯਤਨ ਕਰਾਂਗਾ, ਕੋਸ਼ਿਸ਼ ਕਰਾਂਗਾ, ਪਰ ਤੂੰ ਇਉਂ ਨਾ ਕਰੀ, ਪ੍ਰਾਣ ਨਾ ਤਿਆਗੀ, ਐਡਾ ਵੱਡਾ ਪਾਪ ਨਾ ਮੇਰੇ ਸਿਰ ਤੇ ਚੜਾਈ, ਤੂੰ ਆਪਣਾ ਸਰੀਰ ਨਾ ਛੱਡੀ, ਮਰੀ ਨਾ ਇੱਥੇ। ਬਹੁਤ ਚਿੰਤਾ ਕਰ ਬਹੁਰ ਗਖਾਨਾ। ਇਸ ਤਰ੍ਹਾਂ ਚਿੰਤਾਤੁਰ ਹੋਏ ਰਾਜੇ ਨੇ, ਮਨ ਵਿੱਚ ਝੂਰਦੇ ਹੋਏ ਨੇ ਇਸ ਤਰ੍ਹਾਂ ਬਚਨ ਕਰ ਦਿੱਤਾ। ਦੇ ਧੀਰਜ ਰਾਤ ਗੁਜ਼ਾਰੀ। ਇਸ ਪ੍ਰਕਾਰ ਧੀਰਜ ਦੇ ਕੇ, ਹੌਸਲਾ ਦੇ ਕੇ ਉਹ ਬੀਬੀ ਨੂੰ ਸਾਰੀ ਰਾਤ ਰਾਜੇ ਨੇ ਬਤੀਤ ਕੀਤੀ ਹੈ। ਪ੍ਰਾਤ ਜੀਨ ਸਤਿ ਤਿਆਰੀ। ਤੇ ਪ੍ਰਾਤ ਵੇਲੇ, ਸਵੇਰ ਵੇਲੇ ਉਹ ਰਾਜਾ ਉੱਠਿਆ ਤੇ ਤਿਆਰੀ ਕਰ ਲਈ। ਰੰਗ ਪਰ ਬਨ ਮੈਂ ਗਇਓ। ਕੀ ਕੀਤਾ ਕਿ ਘੋੜਾ ਲਿਆ, ਘੋੜੇ ਦੇ ਉੱਤੇ ਹੋ ਕੇ ਅਸਵਾਰ ਜੰਗਲ ਵਿੱਚ ਚਲਿਆ ਗਿਆ। ਇਤ ਉਤ ਦੇਖਤ ਵਿਚਰਤ ਭਇਓ। ਤਾਂ ਇੱਧਰ ਉੱਧਰ ਦੇਖਦਾ ਹੋਇਆ ਜੰਗਲ ਦੇ ਵਿੱਚ ਵਿਚਰਦਾ ਤੁਰਿਆ ਫਿਰਦਾ ਹੈ। ਬਾਲਦੀ ਬੈਠਿਓ ਸੋਏ। ਤੇ ਕੀ ਵੇਖਦਾ ਹੈ ਕਿ ਅੱਗੇ ਇੱਕ ਮਨੁੱਖ ਬੈਠਾ ਹੈ। ਉਹ ਮਨੁੱਖ ਕੌਣ ਹੈ? ਉਹ ਤਪਸਵੀ ਕੌਣ ਹੈ ਜਿਹੜਾ ਤਪੱਸਿਆ ਕਰ ਰਿਹਾ? ਉਹ ਹੈ ਤਾਂ ਉਹ ਪਾਰ ਦੀ ਸ਼ਿਕਾਰੀ, ਜਿਹਨੂੰ ਰਾਜੇ ਨੇ 5 ਦਿਨਾਂ ਦੀ ਸਜ਼ਾ ਦੇ ਕੇ ਕੈਦ ਕਰਵਾਇਆ ਸੀ, ਪਰ ਇਹਨੂੰ ਪਤਾ ਨਹੀਂ ਲੱਗਿਆ। ਇਹਨੇ ਇੱਕ ਮਨੁੱਖ ਉੱਥੇ ਬੈਠਾ ਵੇਖਿਆ ਹੈ। ਹਾਂ, ਇਹਨੂੰ ਨਹੀਂ ਪਤਾ ਲੱਗਿਆ ਕਿ ਇਹ ਉਹੀ ਸ਼ਿਕਾਰੀ ਹੈ। ਇਹਨੇ ਜਾਣਿਆ ਕਿ ਤਪੱਸਿਆ ਕਰਨ ਵਾਸਤੇ ਕੋਈ ਤਪਸਵੀ ਮਹਾਤਮਾ ਬੈਠਾ ਹੈ। ਉਸ ਵੇਲੇ ਰਾਜੇ ਨੇ ਜਦੋਂ ਬੈਠਾ ਦੇਖਿਆ ਇਸ ਪ੍ਰਕਾਰ, ਹਾਂ, ਤਪੀਸ਼ਰ ਮਹਾਤਮਾ ਸੰਤ ਜਾਣ ਕੇ ਜਾ ਕੇ ਨਮਸਕਾਰ ਕਰ ਦਿੱਤੀ ਉਸ ਨੂੰ। ਜਦੋਂ ਇਹਨੇ ਬੰਦਨਾ ਕੀਤੀ, ਨਮਸਕਾਰ ਕੀਤੀ, ਤੇ ਜਿਹੜਾ ਫੰਦਕ ਸੀ ਨਾ ਤਪੱਸਿਆ ਕਰਨ ਦੇ ਲਈ ਬੈਠਾ ਸ਼ਿਕਾਰੀ, ਉਹ ਅਨਇੱਛਤ ਹੀ ਰਿਹਾ, ਕੋਈ ਇੱਛਾ ਨਾ ਕੀਤੀ। ਅਨਿਛਤ ਹੋ ਕੇ ਹੀ ਉਹ ਉਸੇ ਤਰ੍ਹਾਂ ਸਥਿਰ ਹੋ ਕੇ ਆਪਣੀ ਜਗ੍ਹਾ ਤੇ ਟਿਕ ਕੇ ਬੈਠਾ ਰਿਹਾ। ਹਾਂ, ਰਾਜੇ ਨੂੰ ਉਹਨੇ ਕੁਝ ਕਿਹਾ ਲਿਆ ਨਹੀਂ, ਨਾ ਕੁਝ ਕਿਹਾ, ਨਾ ਪੁੱਛਿਆ, ਨਾ ਦੱਸਿਆ, ਕੋਈ ਗੱਲਬਾਤ ਨਹੀਂ ਕੀਤੀ ਰਾਜੇ ਬਿਕਰਮਾਜੀਤ ਨਾਲ। ਹੁਣ ਰਾਜੇ ਨੇ ਜਾਣਿਆ ਕਿ ਇਹ ਤਾਂ ਕੋਈ ਬਹੁਤਾ ਹੀ ਵੱਡਾ ਮਹਾਤਮਾ ਹੈ। ਇਹਨੇ ਇਹ ਵੀ ਨਹੀਂ ਦੇਖਿਆ ਕਿ ਰਾਜਾ ਮੈਨੂੰ ਨਮਸਕਾਰ ਕਰੀ ਜਾਂਦਾ, ਇਹ ਤਾਂ ਕੋਈ ਬਹੁਤ ਵੱਡਾ ਸੰਤ ਹੈ। ਹਾਂ, ਕਹਿੰਦਾ ਦੇਖੋ, ਨਾ ਇਹਦੇ ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਮੋਹ ਹੈ, ਨਾ ਇਹਨੂੰ ਕਿਸੇ ਤਰ੍ਹਾਂ ਦਾ ਕ੍ਰੋਧ ਹੈ, ਨਾ ਲੋਭ ਹੈ, ਨਾ ਮਾਣ ਹੰਕਾਰ ਹੈ। ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਕੋਈ ਵੱਡਾ ਹੀ ਸੰਤ ਹੈ। ਚੜਾਈ ਕਰ ਲਿਆਇਓ।
ਉਸ ਵੇਲੇ ਬੜੇ ਆਦਰ ਸਤਕਾਰ ਦੇ ਸਹਿਤ ਪਾਲਕੀ ਦੇ ਵਿੱਚ ਚੜਾ ਕੇ ਅਸਵਾਰ ਕਰਕੇ ਤੇ ਰਾਜਾ ਆਪਣੇ ਮਹਿਲਾਂ ਵਿੱਚ ਲੈ ਗਿਆ ਉਸ ਤਪਸਵੀ ਨੂੰ ਨਿਕਾਤੀ ਪਰ ਆਨ ਬਿਠਾਇਓ ਤੇ ਆ ਕੇ ਆਪਣੀ ਰਾਜਗੱਦੀ ਦੇ ਉੱਤੇ ਬਿਠਾ ਦਿੱਤਾ ਸ਼ਿਕਾਰੀ ਨੂੰ। ਹੁਣ ਜਿਹੜਾ ਸ਼ਿਕਾਰੀ ਸੀ ਉਹ ਤਪੱਸਿਆ ਕਰਨ ਵਾਸਤੇ ਬੈਠਾ ਸੀ ਨਾ, ਜੇਲ੍ਹ ਦੇ ਵਿੱਚੋਂ ਜਿਹਨੂੰ ਮੁਕਤ ਕਰਵਾ ਦਿੱਤਾ ਸੀ ਉਸੇ ਸ਼ਿਕਾਰੀ ਨੂੰ ਲਿਆਇਆ, ਪਰ ਉਹਨੂੰ ਵੱਡਾ ਸੰਤ ਜਾਣ ਕੇ ਆਪਣਾ ਸਾਰਾ ਰਾਜ ਭਾਗ ਬਖਸ਼ ਦਿੱਤਾ। ਸੱਚ ਬਣ ਕੇ ਸੰਗ ਬਖਾਨਾ ਹਾਂ, ਜਿਨਨੇ ਇਹਦੇ ਸਚਿਵ ਸਹਾਇਕ ਮੰਤਰੀ ਸੰਤਰੀ ਸਨ ਨਾ ਇਹਦੇ ਨਿਕਟ ਵਰਤੀ, ਸਾਰਿਆਂ ਨੂੰ ਬੁਲਾ ਕੇ ਕੋਲ ਉਹਨਾਂ ਨੂੰ ਕਹਿਣ ਲੱਗਾ, ਇਹ ਮਮ ਗੁਰ ਹੈ ਕਪੀ ਮਹਾਨਾ। ਰਾਜਾ ਬਿਕਰਮਾਜੀਤ ਕਹਿੰਦਾ, ਭਾਈ ਜਿਹੜਾ ਇਹ ਮਹਾਤਮਾ ਬੈਠਾ ਨਾ ਇਹ ਮੇਰਾ ਧਰਮ ਦਾ ਗੁਰੂ ਹੈ ਤੇ ਬੜਾ ਮਹਾਨ ਤਪਸਵੀ ਹੈ। ਕਿ ਮੈਂ ਨਾ ਆਏ ਹੋਂ ਜਾਵਤ ਹਾਂ, ਕਹਿੰਦੇ ਹੁਣ ਮੇਰੀ ਜਗ੍ਹਾ ਤੇ ਇਹ ਰਾਜ ਭਾਗ ਕਰੇਗਾ ਤੇ ਜਦੋਂ ਤੱਕ ਮੈਂ ਨਹੀਂ ਵਾਪਸ ਆਉਂਦਾ ਜੰਗਲ ਦੇ ਵਿੱਚੋਂ ਤਪੱਸਿਆ ਕਰਕੇ, ਤੇ ਉਹ ਇਸਤਰੀ ਦਾ ਜਿਹੜਾ ਸਰੀਰ ਬਣਿਆ ਉਹਨੂੰ ਪੁਰਸ਼ ਬਣਾਉਣ ਵਾਸਤੇ ਕੋਈ ਮੈਂ ਉਪਾਅ ਨਹੀਂ ਕਰ ਲੈਂਦਾ ਨਾ, ਜਦ ਤੱਕ ਮੈਂ ਆਵਾਂਗਾ ਨਹੀਂ ਤੇ ਤੁਸੀਂ ਕਿਸੇ ਨੇ ਇਹਨੂੰ ਹਟਾਉਣਾ ਨਹੀਂ, ਵਰਜਣਾ ਨਹੀਂ, ਸਾਰਿਆਂ ਨੇ ਇਹਦੀ ਆਗਿਆ ਵਿੱਚ ਰਹਿਣਾ ਹੈ। ਆਗਿਆ ਮੈਂ ਰਹਿਓ ਤਾਵਦ ਹਾਂ, ਇਸ ਮਹਾਤਮਾ ਦੀ ਮੇਰੇ ਗੁਰੂ ਦੀ ਆਗਿਆ ਵਿੱਚ ਹੁਕਮ ਵਿੱਚ ਤਦ ਤੱਕ ਰਹਿਣਾ ਹੈ। ਨਿਜ ਥਲ ਮਰ ਸਪਨ ਟਿਕਾਏ ਫਿਰ ਨਿਜ ਨਿਜ ਥਲ ਤੇ ਥਾਵਾਂ ਥਾਵਾਂ ਤੇ ਜਿਹਦੀਆਂ ਜਿਹਦੀਆਂ ਜੋ ਡਿਊਟੀਆਂ ਸਨ ਸਾਰਿਆਂ ਦੀਆਂ ਡਿਊਟੀਆਂ ਰਾਜੇ ਬਿਕਰਮਾਜੀਤ ਨੇ ਲਾ ਦਿੱਤੀਆਂ। ਕਰ ਗਮਨਿਓ ਬਿਕਰਮ ਰਾਏ ਇਸ ਪ੍ਰਕਾਰ ਉਹਨਾਂ ਨੂੰ ਇਹ ਬਚਨ ਕਹਿ ਕੇ ਤੇ ਰਾਜਾ ਬਿਕਰਮਾਜੀਤ ਸੀ ਨਾ ਜਿਹੜਾ ਉਹ ਫਿਰ ਅਗਾਂਹ ਜੰਗਲ ਦੇ ਵਿੱਚ ਤਪੱਸਿਆ ਕਰਨ ਦੇ ਲਈ ਚਲਿਆ ਗਿਆ। ਸੋ ਸਮੇਂ ਦੀ ਸਮਾਪਤੀ ਹੈ, ਪ੍ਰਸੰਗ ਬਾਕੀ ਰਹਿੰਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ ਕੱਲ ਦੇ ਦੀਵਾਨ ਦੇ ਵਿੱਚ ਆਪਾਂ ਇਹ ਪ੍ਰਸੰਗ ਸੰਪੂਰਨ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਗੁਰੂ ਕੀਆਂ ਗੁਰੂ ਖਾਲਸਾ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਗੁਰੂ ਚਰਨਾਂ ਵਿੱਚ ਸ਼ੁੱਧਤਾ ਵਾਸਤੇ ਅਰਦਾਸ ਕਰਨੀ। ਆਓ ਬੜੇ ਪਿਆਰ ਦੇ ਨਾਲ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ, ਅਰਦਾਸ ਵਿੱਚ ਹਾਜ਼ਰੀ ਲਵਾਈਏ। ਨਿਜ ਨਿਜ ਥਲ ਪਰ ਸਭਨ ਟਿਕਾਏ ਕਹਿ ਕਰ ਗਮਨਿਓ ਬਿਕਰਮ ਰਾਏ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समर्थ आगम पूरन मोहे मया तार, अंधकूप महापयान नानक पार उतार। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।